असंख जप असंख पाओ, असंख पूजा असंख तप ताओ, असंख जप असंख पाओ, असंख पूजा असंख तप ताओ, असंख ग्रंथ तुक वेद पाठ, असंख जोग मन रहै उदास, असंख भगत गुण ज्ञान विचार, असंख सती असंख दातार, असंख सूर मोह पाखसार, असंख मून निवनाई तार, कुदरत कवण कहा विचार, वारया ना जावा एक बार, जो तुध पावै साई भली कार, तू सदा सलामत निरंकार, कुदरत कवण कहा विचार, वारया ना जावा एक बार, जो तुध पावै साई भली कार, तू सदा सलामत निरंकार। वाहिगुरू जी का खालसा, वाहिगुरू जी की फतेह। दादान राज पादान पान दीवान में उपमा महान सतगुरु धाम धाम ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਪਾਵਨ ਜੀ ਅੰਦਰ ਵਿਸ਼ੇਸ਼ ਪਿਤਾ ਸਰਬੰਸ ਧਰਮੇ ਧਾਮ ਧਾਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਚਰਨ ਛੂਹ ਪ੍ਰਾਪਤ ਅਸਥਾਨ ਗੁਰਦੁਆਰਾ ਗੁਰੂ ਸਾਹਿਬ ਸ੍ਰੀ ਜਾਪਜੀ ਸਾਹਿਬ ਜੀ ਵਿਖੇ ਸਤਿਆ ਦੀ ਦੀਵਾਨਾਂ ਹਾਜ਼ਰੀ ਭਰ ਰਹੇ ਸਤ ਸੰਗੀ ਜਨੋ ਬਹੁਤ ਵੱਡੇ ਭਾਗਾਂ ਵਾਲੇ ਜੋ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹਨ। ਇਸ ਦੇਸ਼ ਪਿਤਾ ਜੀ ਦੇ ਪਾਵਨ ਸਥਾਨਾਂ ਤੇ ਪਹੁੰਚ ਕਰਕੇ ਇਸ ਤੋਂ ਪਹਿਲਾਂ ਹਜ਼ੂਰੀ ਰਾਗੀ ਜਥੇ ਪਾਸੋਂ ਸੰਪੂਰਨ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਅੰਦਰ ਹਾਜ਼ਰੀ ਭਰ ਕੇ ਲਾਮੀ ਪ੍ਰਾਪਤ ਕੀਤੇ ਹਨ। ਸਤਿਗੁਰਾਂ ਦੇ ਪਾਵਨ ਬਚਨ ਨੇ ਪੜ੍ਹੋ ਪੜ੍ਹੋ ਰੇ ਕੀਰਤਨ ਗਿਆਨ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਧਨ ਸੁਆਓ। ਮਹਾਰਾਜ ਕਹਿੰਦੇ ਹੈ ਭਾਈ ਪੜ੍ਹਿਓ ਜਿਹੜੇ ਸੰਸਾਰ ਨਾਲੋਂ ਸੁਰਤ ਤੋੜ ਕੇ ਨਿਰੰਕਾਰ ਨਾਲ ਜੋੜਨ ਦਾ ਯਤਨ ਕਰ ਰਹੇ ਹੋ, ਨਿਕਲ ਰਹੇ ਸੁਆਸਾਂ ਤੋਂ, ਚੱਲ ਰਹੇ ਸਮੇਂ ਨੂੰ ਸਫਲਾ ਬਣਾ ਰਹੇ। ਇਹ ਸਮਾਂ ਜਿਹੜਾ ਕੀਰਤਨ ਤੇ ਕਥਾ ਸੁਣ ਕੇ ਬਾਣੀ ਪੜ੍ਹ ਕੇ ਨਾਮ ਜਪ ਕੇ ਸਫਲਾ ਕੀਤਾ ਜਾ ਸਕਦਾ। ਔਰ ਆਪ ਜੀ ਬੜੀ ਸ਼ਰਧਾ ਭਾਵਨਾ ਸਹਿਤ ਗੁਜ਼ਾਰਦਾ ਹੈ। ਜਿੱਥੇ ਕੀਰਤਨ ਚ ਹਾਜ਼ਰੀ ਭਰਦੇ ਉੱਥੇ ਚੱਲ ਰਹੀ ਲੜੀਵਾਰ ਜਪਜੀ ਸਾਹਿਬ ਦੀ ਬਾਣੀ ਅੰਦਰੋਂ ਵਿਚਾਰ ਸਰਵਣ ਕਰਨ ਦੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਦੇ ਹੋ। ਅੱਜ ਦੀ ਜੋ ਪਾਵਨ ਵਿਚਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 3 ਅੰਗ ਤੋਂ ਆਪਾਂ ਨੇ ਆਰੰਭ ਕਰਨੀ 4 ਅੰਗ ਤੱਕ ਜਾਏਗੀ।
ਕੱਲ੍ਹ ਦੀ ਦੀਵਾਨਾਂ 'ਚ ਆਪਾਂ ਨੇ 16ਵੀਂ ਪੌੜੀ ਦੀ ਵਿਚਾਰ ਸੰਪੂਰਨ ਕੀਤੀ। ਅੱਜ 17ਵੀਂ ਪੌੜੀ ਦੀ ਵਿਚਾਰ ਜਿਹੜੀ ਹੈ ਇਹ ਜਪਜੀ ਸਾਹਿਬ ਗੁਰਮੁਖੋਂ ਪੌੜੀਆਂ ਹੈ ਕਿ ਸਚਿਆਰਾ ਹੋਈਏ ਤੋਂ ਲੈ ਕੇ ਨਾ, ਜੇ ਅਸੀਂ ਇੱਕ ਇੱਕ ਪੌੜੀ ਆਪਾਂ ਉੱਪਰ ਚੜ੍ਹਦੇ ਜਾਈਏ ਤੇ ਮੰਜ਼ਿਲ ਤੇ ਬੰਦਾ ਛੱਤ ਤੇ ਪਹੁੰਚ ਜਾਂਦਾ। ਮਹਾਰਾਜ ਕਹਿੰਦੇ ਨਾ ਪੌੜੀ ਛੁੱਟੀ ਫਿਰ ਹਾਥ ਨਾ ਆਵੇ ਅਹਿਲਾ ਜਲ ਗਵਾਇਆ। ਇਹ ਪੌੜੀਆਂ ਰੱਬ ਨਾਲ ਮਿਲਾ ਦਿੱਤੀਆਂ। ਇੱਕ ਇੱਕ ਪੌੜੀ ਚੜ੍ਹਦੇ ਜਾਵਾਂਗੇ, ਇੱਕ ਦਿਨ ਸਾਨੂੰ ਉਸ ਮਹਿਲ ਦੀ ਪ੍ਰਾਪਤੀ ਹੋਏਗੀ ਜਿੱਥੇ ਨਾਨਕ ਬੱਧਾ ਕਰਦਾ ਹਾਂ, ਜਿੱਥੇ ਮਿਰਤ ਨਾ ਜਾਣਦਾ ਜ਼ਿਆਦਾ, ਉੱਥੋਂ ਤੱਕ ਅਸੀਂ ਪਹੁੰਚਾਂਗੇ। ਅੱਜ ਦੇ ਦੀਵਾਨਾਂ 'ਚ ਜਿਤਨੇ ਵੀ ਗੁਰੂ ਸਾਹਿਬ ਜੀ ਵਿਚਾਰ ਕਰਾਉਣਗੇ 17ਵੀਂ ਪੌੜੀ ਤੋਂ ਆਪਾਂ ਨੇ ਆਰੰਭ ਕਰਨੀ ਹੈ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਈਏ, ਕੋਈ ਰਸਨਾ ਬਿਰਵੀ ਵਾਂਝੀ ਨਾ ਰਹੇ। ਰਲ ਮਿਲ ਕੇ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। असंख जप असंख पाओ। ਮਹਾਰਾਜ ਬਖਸ਼ਿਸ਼ ਕਰਦੇ ਵੀ ਅਸੰਖ ਸ਼ਬਦ ਵਰਤੇ ਹੈ ਸਤਿਗੁਰਾਂ। ਅਸੰਖ ਦਾ ਅਰਥ ਹੁੰਦਾ ਬੇਅੰਤ ਦਾ, ਆਪਾਂ ਕਹਿ ਸਕਦੇ ਅਣਗਿਣਤ। ਬੇਅੰਤ ਸ਼ਬਦ ਜਿਹੜਾ ਨਾ, ਅਸੰਖ ਸ਼ਬਦ ਜਿਹੜਾ ਅਣਗਿਣਤ ਸ਼ਬਦ ਜਿਹੜਾ ਗਿਣਤੀ 'ਚ ਨਹੀਂ ਆਉਂਦਾ। ਮਹਾਰਾਜ ਕਹਿੰਦੇ ਜੇ ਸੰਸਾਰ ਦੇ ਅੰਦਰ ਵੇਖੋਗੇ ਤੇ ਅਸੰਖ ਜਪਣ ਵਾਲੇ ਨੇ ਉਸ ਪ੍ਰਮਾਤਮਾ ਨੂੰ। ਅੰਮ੍ਰਿਤ ਵੇਲੇ ਕਿੰਨੇ ਕੁ ਸਰੀਰ ਉੱਠੇ ਨੇ ਵਿਸ਼ਵ ਦੇ ਅੰਦਰ, ਅਸੀਂ ਇਹਦੀ ਗਿਣਤੀ ਨਹੀਂ ਕਰ ਸਕਦੇ। ਕਿੰਨੇ ਕੁ ਉੱਠ ਕੇ ਗੁਰੂ ਘਰਾਂ 'ਚ ਗਏ ਨੇ, ਕਿੰਨੇ ਕੁ ਹੋਰ ਧਾਰਮਿਕ ਸਥਾਨਾਂ 'ਤੇ ਗਏ ਹੈ, ਜਾਂ ਕਿੰਨੇ ਆਪਣੇ ਘਰੇ ਚੌਂਕੜੇ ਮਾਰੇ ਨੇ, ਅਸੀਂ ਇਹਦੀ ਗਿਣਤੀ ਨਹੀਂ ਕਰ ਸਕਦੇ। ਅਸੰਖ ਜਪਦੇ ਹੈ ਵਾਹਿਗੁਰੂ ਨੂੰ, ਅਸੰਖ ਭਾਉ ਪ੍ਰੇਮ ਕਰਨ ਵਾਲੇ ਵੀ ਨੇ। ਅਸਲ ਦੇ ਵਿੱਚ ਪ੍ਰੇਮ ਕਰਨ ਵਾਲਾ ਹੀ ਤੇ ਜਪਦਾ ਹੈ। ਗੁਰੂ ਸਾਹਿਬ ਨਾਲ ਪ੍ਰੇਮ ਹੈ ਤੇ ਅਸੀਂ ਇੱਥੇ ਆਣ ਕੇ ਬੈਠਦੇ ਆ ਨਾ। ਪ੍ਰੇਮ ਹੈ ਤੇ ਬੈਠਿਆ ਜਾਂਦਾ ਹੈ, ਪ੍ਰੇਮ ਹੈ ਤੇ ਜਪਿਆ ਜਾਂਦਾ ਹੈ। ਇਹਦਾ ਵੈਸੇ ਤੇ ਪ੍ਰੋਫੈਸਰ ਸਾਹਿਬ ਸਿੰਘ ਨੇ ਅਰਥ ਕੀਤਾ, ਭਾਵ ਦਾ ਅਰਥ ਦੂਜਿਆਂ ਨਾਲ ਪ੍ਰੇਮ ਕਰਨ ਵਾਲੇ ਵੀ ਬੜੇ ਨੇ ਤੇ ਜਪਣ ਵਾਲੇ ਵੀ ਬੜੇ ਨੇ। ਔਰ ਇੱਥੇ ਪੋਜ਼ਿਟਿਵ ਗੱਲਾਂ ਜਿਹੜੀਆਂ ਜਾਂਦੀਆਂ ਵੀ ਅਸੰਖ ਹੀ ਪਿਆਰ ਕਰਨ ਵਾਲੇ ਨੇ ਤੇ ਅਸੰਖ ਹੀ ਜਪਣ ਵਾਲੇ, ਜਿਨ੍ਹਾਂ ਦੀ ਕੋਈ ਗਿਣਤੀ ਮਿਣਤੀ ਨਹੀਂ ਹੈ ਵੀ ਕਿੰਨੇ ਕੁ। ਚਲੋ ਅਸੀਂ ਜਿੱਥੇ ਕਿ ਅਸੀਂ ਵਿਚਰਦੇ ਹਨ ਉਹਨਿਆਂ ਕਿ ਸਰੀਰਾਂ ਬਾਰੇ ਭਾਈ ਆਹ ਫਲਾਣਾ ਬੰਦਾ ਗੁਰਦੁਆਰੇ ਆਉਂਦਾ ਹੈ, ਆਹ ਫਲਾਣਾ ਬੰਦਾ ਜਪਦਾ ਹੈ, ਜਿਹੜੇ ਕਿ ਸਾਡੀ ਉਹ ਜਿੱਥੇ ਅਸੀਂ ਵਿਚਰਦੇ ਉਹਦੇ ਵਿੱਚ ਮਿਲਣ ਵਾਲੇ ਆ ਸਾਨੂੰ, ਉਹਨਾਂ ਦਾ ਤਾਂ ਸਾਨੂੰ ਪਤਾ ਹੈ ਭਾਈ ਇਹ ਨਹੀਂ ਜਾਂਦਾ ਗੁਰਦੁਆਰੇ ਜਪਦਾ ਹੈ। ਪਰ ਮਹਾਰਾਜ ਕਹਿੰਦੇ ਜੇ ਸੰਸਾਰ ਦੀ ਗੱਲ ਕਰੀਏ ਤੇ ਅਸੰਖ ਨੇ ਜਿਹੜੇ ਜਪਦੇ, ਅਸੰਖ ਨੂੰ ਪ੍ਰੇਮ ਕਰਨ। ਮੁਹੰਮਦ ਸਾਹਿਬ ਦਾ ਨਾ ਇੱਕ ਬੜਾ ਨਜ਼ਦੀਕੀ ਚੇਲਾ ਸੀ ਤੇ ਸਿਆਲ ਦੇ ਦਿਨ ਸਨ ਤੇ ਦਰਵਾਜ਼ੇ ਤੋਂ ਬਾਹਰ ਨਾ ਅੰਗੀਠੀ 'ਚ ਅੱਗ ਪਾ ਕੇ ਨਾ ਮੁਹੰਮਦ ਸਾਹਿਬ ਕਹਿੰਦੇ ਆਪਣੇ ਚੇਲੇ ਨੂੰ, ਕਹਿੰਦੇ ਵੀ ਅੰਗੀਠੀ 'ਚ ਅੱਗ ਪਾ ਕੇ ਲਿਆ। ਉਹਨੇ ਅੱਗ ਪਾ ਕੇ ਲਿਆਂਦੀ ਤੇ ਮੁਹੰਮਦ ਸਾਹਿਬ ਜੀ ਅੱਗ ਸੇਕਦੇ ਰਹੇ ਜੀ ਅੰਗੀਠੀ 'ਚ ਬਾਹਰ। ਤੇ ਜਦੋਂ ਕਾਫੀ ਰਾਤ ਹੋ ਗਈ ਨਾ ਤੇ ਆਪਣੇ ਚੇਲੇ ਨੂੰ ਕਹਿੰਦੇ ਵੀ ਐਂ ਕਰ ਅੰਗੀਠੀ ਚੁੱਕ ਕੇ ਨਾ ਅੰਦਰ ਲੈ ਆ, ਵੀ ਉੱਥੇ ਬੈਠ ਕੇ ਸੇਕਦੇ। ਹੁਣ ਹਨੇਰਾ ਹੋ ਗਿਆ ਤੇ ਬਾਹਰ ਧੁੰਦ ਪੈਣ ਲੱਗ ਗਈ। ਜਦੋਂ ਮੁਹੰਮਦ ਸਾਹਿਬ ਜੀ ਨੇ ਆਪਣੇ ਚੇਲੇ ਨੂੰ ਕਿਹਾ ਵੀ ਅੰਗੀਠੀ ਚੁੱਕ ਕੇ ਲਿਆ ਤੇ ਉਹਨੇ ਅੰਗੀਠੀ ਚੁੱਕੀ ਤੇ ਆਪਣੇ ਸਿਰ ਦੇ ਉੱਪਰ ਰੱਖ ਲਈ, ਕਿਉਂਕਿ ਮੁਹੰਮਦ ਸਾਹਿਬ ਦਾ ਹੁਕਮ ਹੈ। ਚੱਲਦੇ ਮੁਹੰਮਦ ਸਾਹਿਬ ਦੀ ਨਿਗਾਹ ਪੈ ਗਈ, ਕਹਿੰਦੇ ਜੀ ਇਹ ਕੀ ਕਰ ਰਿਹਾ, ਤੈਨੂੰ ਅੰਗੀਠੀ ਲਿਆਉਣ ਵਾਸਤੇ ਕਿਹਾ, ਤੂੰ ਤੇ ਸਿਰ ਤੇ ਧਰ ਲਈ ਤੇ ਤੈਨੂੰ ਪਤਾ ਅੰਗੀਠੀ ਜਦੋਂ ਕੋਲੇ ਵੱਲਦੇ ਤਾਂ ਥੱਲਿਓਂ ਵੀ ਗਰਮ ਹੋ ਜਾਂਦੀ ਹੈ, ਥੱਲਾ ਵੀ ਉਹਦਾ ਗਰਮ ਹੋ ਜਾਂਦਾ। ਕਹਿੰਦਾ ਤੇਰਾ ਸਿਰ ਸੜ ਜਾਣਾ, ਤੈਨੂੰ ਲਿਆਉਣ ਵਾਸਤੇ ਕਿਹਾ ਸਿਰ ਤੇ ਧਰਨ ਵਾਸਤੇ ਤੇ ਕਿਹਾ ਨਹੀਂ। ਭਾਉ ਕਰਨ ਵਾਲੇ ਨਾ ਅਸੰਖ ਭਾਉ ਪ੍ਰੇਮ ਕਰਨ ਵਾਲੇ ਵੀ ਬੜੇ ਹੈ। ਤੇ ਉਹ ਜਿਹੜਾ ਚੇਲਾ ਸੀ ਨਾ ਰੋਣ ਲੱਗ ਪਿਆ ਜਦੋਂ ਮੁਹੰਮਦ ਸਾਹਿਬ ਨੇ ਕਿਹਾ ਇਹ ਅੰਗੀਠੀ ਕੋਲੇ ਗਰਮ ਨੇ, ਤੇਰਾ ਸਿਰ ਸੜ ਜਾਣਾ, ਤੈਨੂੰ ਲੈ ਕੇ ਤੈਨੂੰ ਸਿਰ ਤੇ ਰੱਖਣ ਲਈ ਕਿਹਾ।
ਉਹ ਚੇਲਾ ਰੋਣ ਲੱਗ ਪਿਆ ਤੇ ਮੁਹੰਮਦ ਸਾਹਿਬ ਵਾਪਸ ਮੁੜ ਕੇ ਕਹਿੰਦੇ ਵੀ ਤੂੰ ਰੋਣ ਕਿਉਂ ਤੇ ਉੱਤੇ ਡਾਂਟਿਆ ਨਹੀਂ, ਕੁਝ ਇਹੋ ਜਿਹੀ ਤੇ ਗੱਲ ਨਹੀਂ ਕਹੀ ਹੈ, ਤੈਨੂੰ ਕਹਿੰਦੇ ਤੇਰਾ ਸਿਰ ਸੜਦਾ ਨਾ। ਉਹ ਚੇਲਾ ਰੋ ਕੇ ਕਹਿੰਦਾ ਜੀ ਮੈਨੂੰ ਇਸ ਗੱਲ ਦਾ ਦੁੱਖ ਲੱਗਾ ਵੀ ਇਹ ਸਿਰ ਹਜੇ ਮੇਰਾ ਹੀ, ਇਹ ਸਿਰ ਤੁਹਾਡਾ ਕਿਉਂ ਨਹੀਂ ਬਣਿਆ, 21 ਸਾਲ ਹੋ ਗਏ ਤੇ ਮੈਂ ਤੁਹਾਡੀ ਸੇਵਾ ਕਰਦਾ। ਉਹ ਰੋਇਆ, ਕਹਿੰਦਾ ਵੀ ਮੈਨੂੰ ਦੁੱਖ ਲੱਗਾ ਵੀ ਤੁਸੀਂ ਕਿਹਾ ਤੇਰਾ ਸਿਰ ਸੜ ਜਾਣਾ, 21 ਸਾਲਾਂ ਦੀ ਸੇਵਾ ਮੈਂ ਕੀਤੀ ਹੈ ਤੇ ਮੇਰਾ ਸਿਰ ਅਜੇ ਤੁਹਾਡਾ ਸਿਰ ਹੀ ਨਹੀਂ ਹੋਇਆ। ਮੁਹੰਮਦ ਸਾਹਿਬ ਨੇ ਘੁੱਟ ਕੇ ਗੱਲ ਨਾਲ ਲਾ ਲਿਆ, ਕਹਿਣ ਲੱਗਿਓ ਭਲਿਆ ਅਸਲ ਦੇ ਵਿੱਚ ਮੇਰਾ ਹੀ ਸਿਰ ਸੜ ਰਿਹਾ ਸੀ, ਤੈਨੂੰ ਕਹਿ ਰਿਹਾ ਹਾਂ ਵੀ ਅੰਗੀਠੀ ਥੱਲੇ ਕਰ ਲਾ। ਇਹ ਪ੍ਰੇਮ ਕਰਨ ਵਾਲੇ ਨੇ ਜੀ, ਉਹ ਰੂਪ ਹੋ ਜਾਂਦੇ। ਖਾਲਸਾ ਮੈਨੂੰ ਰੂਪ ਹੈ, ਖਾਸ ਸਮਾਜ ਦੇ ਜਿਹਦੇ ਨਾਲ ਪ੍ਰੇਮ ਕਰਦੇ, ਰੱਬ ਨੂੰ ਪ੍ਰੇਮ ਕਰਨ ਵਾਲੇ ਕਿਤੇ ਤਾਂ ਰੱਬ 'ਚ ਸਮਾ ਜਾਂਦੇ ਹੈ। ਗੁਰੂ ਸਾਹਿਬ ਨੂੰ ਪ੍ਰੇਮ ਕਰਨ ਵਾਲੇ ਗੁਰੂ ਰੂਪ ਹੋ ਜਾਂਦੇ, ਸਮਾਜ ਦੇ ਗੁਰੂ ਸਾਹਿਬ ਦੇ ਅੰਦਰ। ਮਹਾਰਾਜ ਕਹਿੰਦੇ ਸੰਸਾਰ 'ਚ ਵੇਖੀਏ ਸੰਖ ਜਪਣ ਵਾਲੇ ਸੰਖ ਪ੍ਰੇਮੀ ਹਾਲਨਾ, असंख पूजा असंख तपताओ। ਅਸੰਖੀ ਪੂਜਾ ਕਰਨ ਵਾਲੇ ਬੇਅੰਤ। ਪੂਜਾ ਵੈਸੇ ਉਹ ਰੱਬ ਦੀ ਕਰਦੇ, ਭਾਵੇਂ ਕਿਸੇ ਮੂਰਤੀ ਅੱਗੇ ਵੀ ਕਿਉਂ ਨਾ ਖੜੇ ਹੋ। ਅਸੀਂ ਪੂਜਾ ਕਰਨੀ ਹੈ, ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੇ ਪੂਜ ਨਾ ਹੋਏ। ਚਲੋ ਕਈ ਵਾਰੀ ਆਪਾਂ ਕਿਸੇ ਨੂੰ ਵੇਖਦੇ ਆਪਾਂ ਨੂੰ ਕਰਮਕਾਂਡ ਲੱਗਦਾ ਵੀ ਇਹ ਕੀ ਕਰ ਰਿਹਾ ਹੈ। ਮਹਾਰਾਜ ਕਹਿੰਦੇ ਪਾਤੀ ਤੋਲੇ ਮਾਲਨੀ, ਪਾਤੀ ਪਾਤੀ ਜੀਓ, ਜਿਸ ਪਾਹਣ ਕੋ ਪਾਤੀ ਤੋਲੇ ਸੋ ਪਾਹਣ ਕਰ ਜੀਓ, ਭੂਲੀ ਮਾਲਣੀ ਹੈ ਇਹੋ ਸਤਿਗੁਰ ਜਾਗਦਾ ਹੈ। ਇਹ ਫੁੱਲ ਤੇ ਦੁੱਧ ਚੜਾਉਣ ਵਾਲੇ ਇੱਕ ਨੂੰ ਕਈ ਵਾਰੀ ਕਹਿੰਦੇ ਵੀ ਇਹ ਕੀ ਕਰਦੇ ਤਾਂ ਮੂਰਤੀ, ਅਸਲ ਦੇ ਵਿੱਚ ਉਹ ਰੱਬ ਨੂੰ ਹੀ ਖੁਸ਼ ਕਰ ਰਹੇ ਹੁੰਦੇ। ਜੋ ਉਹਨਾਂ ਦੇ ਪੁਰਖਿਆਂ ਨੇ ਦੱਸਿਆ ਉਹ ਕਰਦੇ ਹੈ, ਪੂਜਾ ਕਰਦੇ ਹੈ ਨਾ। ਵੀ ਧੰਨੇ ਨੇ ਪੂਜਾ ਕੀਤੀ, ਉਹ ਠਾਕੁਰ ਦਿੱਤਾ ਇੱਕ ਪੰਡਤ ਜੀ ਨੇ, ਕਹਿੰਦੇ ਵੀ ਉਹਨੇ ਭੋਗ ਲਵਾਉਣੇ, ਕਹਿੰਦੇ ਜੀ ਠਾਕੁਰ ਭੋਗ ਲਾਉਂਦਾ, ਕਹਿੰਦੇ ਧੰਨੇ ਨੇ ਫਿਰ ਜਿੱਦ ਕਰ ਲਈ, ਕਹਿੰਦੇ ਭੋਗ ਲਾਏਗਾ ਤੇ ਉਹਨੇ ਛੱਡਣਾ। ਉਹ ਫਿਰ ਪੱਥਰ 'ਚੋਂ ਵੀ ਪ੍ਰਗਟ ਹੋਇਆ ਜੀ। ਪੂਜਾ ਹੀ ਸੀ, ਪੂਜਾ ਹੀ ਤੇ ਸੀ। ਪੂਜਾ 'ਚੋਂ ਰੱਬ ਪ੍ਰਗਟ ਹੁੰਦਾ ਹੈ। ਕੋਈ ਧੂਫਾ ਦਿਖਾਉਂਦਾ, ਕੋਈ ਅੰਤਰ ਛਿੜਕਦਾ, ਕੋਈ ਕੁਝ ਕਰਦਾ। ਅਸੰਖ ਪੂਜਾ ਕਰਦੇ, ਕਾਰਨ ਰੱਬ ਨੂੰ ਖੁਸ਼ ਕਰਨ ਦਾ ਹੀ ਹੈ। ਹੋਰ ਤੇ ਦੂਸਰਾ ਪੂਜਾ ਕਰਨ ਦਾ ਕੋਈ ਦੂਸਰਾ ਕਾਰਨ ਨਹੀਂ ਹੁੰਦਾ। ਜਿਹੜਾ ਵੀ ਲੱਗੇ ਹੋਇਆ ਰੱਬ ਦੀ ਪੂਜਾ 'ਚ, ਉਹ ਰੱਬ ਨੂੰ ਖੁਸ਼ ਕਰਨਾ ਚਾਹੁੰਦਾ, ਉਹਨੂੰ ਮਿਲਣਾ ਚਾਹੁੰਦਾ। ਅਸੰਖ ਨੇ ਜਿਹੜੇ ਪੂਜਾ ਕਰ ਰਹੇ, ਅਸੰਖ ਤਪ ਤਾਓ, ਜਿਹੜੇ ਤਪ ਤਾਉਂਦੇ ਹੈ। ਅਤੇ ਚਲੋ ਸਾਡੇ ਇਸ ਇਲਾਕੇ 'ਚ ਨਹੀਂ, ਤੁਸੀਂ ਕਿਤੇ ਹਰਿਆਣੇ ਚਲੇ ਜਾਓ, ਹੋਰ ਕਿਸੇ ਇਲਾਕੇ ਹਿਮਾਚਲ 'ਚ ਚਲੇ ਜਾਓ ਜਾਂ ਨਾਨਕਮਤ, ਉਧਰ ਤੁਹਾਨੂੰ ਬਹੁਤ ਜਿਹੜੇ ਲੋਕ ਨੇ ਉਹ ਤੁਹਾਨੂੰ ਪਹਾੜਾਂ 'ਚ ਬੈਠੇ ਨਜ਼ਰ ਆਉਣਗੇ। ਉਹ ਧੂੜੀਆਂ ਲਾ ਕੇ ਗਰਮੀ 'ਚ ਵੀ ਕੋਲ ਬੈਠੇ ਰਹਿੰਦੇ ਆ, ਉਹ ਤਪ ਤਾਉਂਦੇ ਆ। ਸਾਡਾ ਸਿਧਾਂਤ ਨਹੀਂ ਇਸ ਗੁਰਸਿੱਖੀ ਦਾ। ਮਹਾਰਾਜ ਨੇ 20 ਰੁਪਈਆਂ ਦਾ ਸੌਦਾ ਦੇ ਕੇ ਉਹਨਾਂ ਨੂੰ ਤੇ ਕਿਹਾ ਸੀ ਜਿਹੜੇ ਪੁੱਠੇ ਲੜਕ ਰਹੇ ਹਨ, ਜਿਨ੍ਹਾਂ ਨੇ ਜਟਾਵਾਂ ਵਧਾਈਆਂ। ਮਹਾਰਾਜ ਕਹਿੰਦੇ ਕੇਸਾਂ ਦੀ ਸੰਭਾਲ ਕਰੋ, ਜਟਾਵਾਂ ਵਧਾਉਣ ਦੀ ਤਾਂ ਲੋੜ ਨਹੀਂ ਹੈ। ਇਸ ਤਰ੍ਹਾਂ ਰੱਬ ਦੀ ਕੁਝ ਮਹਾਰਾਜ ਨੇ ਸਮਝਾਇਆ। ਪਰ ਜੇ ਉਹ ਕੁਝ ਕਰ ਰਹੇ ਸਨ, ਕਾਰਨ ਰੱਬ ਨੂੰ ਮਿਲਦਾ ਸੀ, ਕਾਰਨ ਰੱਬ ਨੂੰ ਕੁਝ ਕਰਦਾ ਹੈ। ਮਹਾਰਾਜ ਕਹਿੰਦੇ ਰੋਜ਼ ਆਪਾਂ ਅਰਦਾਸ 'ਚ ਵੀ ਕਹਿੰਦੇ ਆ, 50 ਪਿਆਰਿਆਂ 40 ਮੁਕਤਿਆਂ ਦਾ ਨਾਮ ਜਿੱਥੇ ਆਪਾਂ ਲੈਂਦੇ ਹਾਂ, ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ, ਉੱਥੇ ਆਪਾਂ ਇਹ ਵੀ ਸ਼ਬਦ ਵਰਤਦੇ, ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ। ਸਾਰਿਆਂ ਨੂੰ ਅਸੀਂ ਯਾਦ ਕਰਦੇ, ਹੱਠ ਜਪ ਤਪ ਕਰਨ ਵਾਲੇ। ਮਹਾਰਾਜ ਕਹਿੰਦੇ ਅਸੰਖੀ ਪੂਜਾ ਕਰਦੇ, ਬਿਅੰਤ ਤੇ ਅਸੰਖੀ ਤਪ ਤਾ ਰਹੇ ਹਨ। असंख ग्रंथ मुख वेद पाठ। ਅਸੰਖੀ ਗ੍ਰੰਥ ਨੇ ਸੰਸਾਰ ਦੇ ਅੰਦਰ, ਤੇ ਮੁਖ ਤੋਂ ਵੇਦਾਂ ਦਾ ਪਾਠ ਕਰਨ ਵਾਲੇ ਵੀ ਅਸੰਖ ਨੇ। 15 ਭਗਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। 15 ਭਗਤਾਂ ਦੀ ਇੰਨੀ ਕੀ ਬਾਣੀ ਨਹੀਂ ਸੀ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ ਅੰਕਿਤ ਕੀਤੀ ਗਈ ਹੈ। ਉਹਨਾਂ ਦੇ ਹੋਰ ਵੀ ਵੱਡੇ ਵੱਡੇ ਗ੍ਰੰਥ ਨੇ। ਜਦੋਂ ਭਗਤ ਕਬੀਰ ਜੀ ਦਾਸ ਨੇ ਇੱਕ ਦਿਨ ਗੱਲ ਕੀਤੀ ਹੈ ਵੀ ਕੱਲੀ ਭਗਤ ਕਬੀਰ ਜੀ ਦੀ ਇੰਨੀ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿੰਨੀ ਵੀ, ਜਿੰਨਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਭਗਤ ਕਬੀਰ ਜੀ ਦੀ ਕੱਲਿਆਂ ਦੀ ਇੰਨੀ ਬਾਣੀ ਹੈ। ਕਿੰਨੇ ਧਾਰਮਿਕ ਗ੍ਰੰਥ ਨੇ, ਵੇਦ ਸ਼ਾਸਤਰ ਸਿਮਰਤੀਆਂ, ਉਹ ਸਾਰੇ ਪਾਠ ਕਰਦੇ ਆ। ਅੱਜ ਆਪਣੇ ਵੀ ਧਰਮ ਦੇ ਵਿੱਚ ਲੜੀਆਂ, ਹਰਿਮੰਦਰ ਸਾਹਿਬ ਜਾਓ, ਕਿੰਨੇ ਸ਼ਰਧਾ ਨਾਲ ਸੰਗਤ ਪਾਠ ਕਰਵਾਉਂਦੀ ਹੈ। ਇੱਥੇ ਵੀ 5-7 ਪਾਠ ਰੋਜ਼ ਪ੍ਰਕਾਸ਼ ਹੁੰਦੇ ਹੈ। ਹੋਰ ਧਰਮਾਂ ਦੇ ਵੀ ਗ੍ਰੰਥ ਹੈਗੇ ਨੇ, ਸਾਰੇ ਪਾਠ ਕਰਦੇ ਹੈ।
ਕੋਈ ਕਿਸੇ ਗ੍ਰੰਥ ਦਾ ਪਾਠ ਕਰਦੇ, ਕੋਈ ਕਿਸੇ ਗ੍ਰੰਥ ਦਾ ਪਾਠ ਕਰਦੇ। ਮਹਾਰਾਜ ਕਹਿੰਦੇ ਅਸੰਖੀ ਗ੍ਰੰਥ ਨੇ ਧਾਰਮਿਕ, ਤੇ ਮੁੱਖ ਤੋਂ ਵੇਦ ਉਹਦਾ ਪਾਠ ਕਰਨ ਵਾਲੇ ਵੀ ਅਸੰਖ ਨੇ। ਪਾਠੀ, ਪਾਠ ਕਰਨ ਵਾਲੇ ਪਾਠੀ ਸਿੰਘ ਕਿਹਾ ਜਾਂਦਾ ਹੈ। ਇਹ ਵੈਸੇ ਦੋ ਪਦਵੀਆਂ, ਇੱਕ ਪਾਠੀ ਸਿੰਘ, ਇੱਕ ਗ੍ਰੰਥੀ ਸਿੰਘ ਹੁੰਦਾ। ਗ੍ਰੰਥੀ ਸਿੰਘ ਹੁੰਦਾ ਗ੍ਰੰਥ ਨੂੰ ਵਾਚਣ ਵਾਲਾ, ਕਥਾ ਕਰਨ ਵਾਲਾ। ਪਾਠੀ ਸਿੰਘ ਹੁੰਦਾ ਪਾਠ ਕਰਕੇ ਸੁਣਾਉਣ ਵਾਲਾ। ਕਈ ਵਾਰੀ ਆਪਾਂ ਇਹ ਦੋਵਾਂ ਇੱਕ ਸਰੀਰ ਵਾਸਤੇ ਦੋਵੇਂ ਸ਼ਬਦ, ਇੱਕ ਵਾਰੀ ਪਾਠੀ ਵੀ ਉਹਨੂੰ ਕਹਿੰਦੇ ਨੇ, ਇੱਕ ਵਾਰੀ ਉਹਨੂੰ ਗ੍ਰੰਥੀ ਵੀ ਕਹਿੰਦੇ ਨੇ। ਗ੍ਰੰਥੀ ਦਾ ਅਰਥ ਵੈਸੇ ਗ੍ਰੰਥ ਨੂੰ ਵਾਚਣ ਵਾਲਾ, ਜਿਹੜਾ ਗੁਰੂ ਗ੍ਰੰਥ ਸਾਹਿਬਾਂ ਦੇ ਗਿਆਨ ਰੱਖਦਾ ਹੋਵੇ। ਪਾਠੀ ਦਾ ਅਰਥ ਪਾਠ ਕਰਕੇ ਸੁਣਾਉਣ ਵਾਲਾ। ਕਿੰਨੇ ਪਾਠ, ਹੁਣ ਬੜੀ ਮੁਸ਼ਕਿਲ ਹੈ ਗੁਰੂ ਕੋਲ, ਹੁਣ ਕੋਈ ਨਹੀਂ ਜੇ ਪਾਠੀ ਬਣਦਾ। ਆਹ ਨਾ ਹੁਣ ਮਧਿਆਲਾ ਫਿਰੋਜ਼ਪੁਰ ਖੁੱਲ੍ਹਿਆ ਸ਼੍ਰੋਮਣੀ ਕਮੇਟੀ ਵੱਲੋਂ, ਕਿ ਮੈਨੂੰ ਫੋਨ ਵੀ ਆਇਆ ਉੱਥੋਂ ਦੇ ਪ੍ਰਬੰਧਕਾਂ ਦਾ, ਬਾਬਾ ਜੀ ਬੱਚੇ ਨੇ ਉਹ ਵੀ 8-10 ਬੱਚੇ ਵੀ ਉੱਥੇ, ਉਹਨਾਂ ਨੂੰ ਜਿੱਥੇ ਫ੍ਰੀ ਪੜ੍ਹਾਈ ਕਰਾਈ ਜਾਏਗੀ। ਅਤੇ ਜੇ ਕਿਸੇ ਨੇ +2 ਕੀਤੀ, ਜੇ ਕੋਈ ਬੱਚਾ ਹੈਗਾ ਤਾਂ ਆਪ ਜੀ ਦੱਸ ਸਕਦੇ ਹੋ। ਔਰ 16 ਤਰੀਕ ਨੂੰ ਉਹਨਾਂ ਬੱਚਿਆਂ ਦੇ ਇੰਟਰਵਿਊ ਹੈ, ਸ਼ਾਇਦ 10 ਵੀ ਉੱਥੇ ਹਾਜ਼ਰੀ ਭਰੇਗਾ। ਅਤੇ ਆਪ ਜੀ ਜ਼ਰੂਰ ਬੱਚਿਆਂ ਨੂੰ ਜੋੜਨਾ ਚਾਹੀਦਾ, ਪਰ ਪਤਾ ਨਹੀਂ ਸਮਾਂ ਕਿਹੋ ਜਿਹਾ ਆ ਗਿਆ, ਹੁਣ ਇੱਧਰ ਮੁਸ਼ਕਲ ਹੈ। ਚਲੋ ਕੁਝ ਤਾਂ ਇਹੋ ਜਿਹਾ ਵੀ ਹੋ ਗਿਆ ਵੀ ਉਹ ਪਿੰਡਾਂ ਦੇ ਪ੍ਰਬੰਧ ਨਹੀਂ ਠੀਕ ਰਹੇ, ਗ੍ਰੰਥੀ ਸਿੰਘ ਨੂੰ ਸਤਿਕਾਰ ਨਹੀਂ ਮਿਲਦਾ, ਅਤੇ ਗ੍ਰੰਥੀ ਸਿੰਘ ਆਪਣੇ ਬੱਚਿਆਂ ਨੂੰ ਗ੍ਰੰਥੀ ਬਣਾਉਣ ਦੀ ਅੱਜ ਤਿਆਰ ਨਹੀਂ। ਉਹਨੂੰ ਐ ਵੀ ਮੈਨੂੰ ਇਸ ਤਰ੍ਹਾਂ ਹੋਣਾ ਪੈਂਦਾ, ਅਤੇ ਕੱਲ੍ਹ ਨੂੰ ਮੇਰੇ ਬੱਚੇ ਤੇ ਨੇ ਐਵੇਂ ਹੱਥ 'ਚ ਡੋਲੂ ਫੜ ਕੇ ਲੋਕਾਂ ਦੇ ਘਰੋਂ ਉਹ ਅਸੀਂ ਕਦੋਂ ਚਾਹੁੰਦੇ ਹਾਂ। ਗ੍ਰੰਥੀ ਸਿੰਘ ਵਿਚਾਰੇ ਪਿੰਡਾਂ ਵਾਲੇ ਕਹੇ ਨੇ, ਉਹਨਾਂ ਨੂੰ ਗਜ਼ਾ ਕਰਕੇ ਲਿਆਉਂਦੇ, ਨਿਤਨੇਮ ਕਰਨ ਤੋਂ ਬਾਅਦ ਉਹਨਾਂ ਨੂੰ ਹੱਥਾਂ 'ਚ ਵਿਚਾਰਿਆਂ ਨੂੰ ਡੋਲੂ ਫੜ ਕੇ ਘਰਾਂ 'ਚ ਜਾਣਾ ਪੈਂਦਾ। ਅਤੇ ਜਿਹੜਾ ਘਰਾਂ 'ਚ ਆਪ ਡੋਲੂ ਲੈ ਕੇ ਜਾਂਦਾ, ਆਪਣੇ ਬੱਚੇ ਨੂੰ ਕਦੇ ਇਸ ਤਰ੍ਹਾਂ ਨਹੀਂ ਲੋਕਾਂ ਦੇ ਘਰਾਂ 'ਚ ਜਾਣ ਵਾਸਤੇ। ਆਪਾਂ ਵੱਡੀਆਂ ਪਦਵੀਆਂ ਦੇ ਬੱਚਿਆਂ ਨੂੰ ਪਹੁੰਚਾਉਣ ਵਾਸਤੇ ਸੋਚਦੇ ਹਾਂ ਨਾ, ਅਤੇ ਕਿਹੜਾ ਚਾਹੇਗਾ ਵੀ ਮੇਰਾ ਬੱਚਾ ਵੀ ਇਸ ਤਰ੍ਹਾਂ। ਪਰ ਇਹਦੇ 'ਚ ਇਹ ਵੀ ਲਾਲਚ ਵੀ ਨਹੀਂ ਕਰਨਾ। ਜੇ ਇਹ ਪਾਠੀ ਬਣਨਾ ਨਾ, ਤਾਂ ਇਹਦੇ 'ਚ ਸਾਡਾ ਇੱਕ ਸੰਥਿਆ ਦੇ ਸਾਰਿਆਂ ਨੂੰ ਲੈਣੀ ਚਾਹੀਦੀ ਹੈ। ਕਈਆਂ ਨੂੰ ਕਹੀਏ ਬੱਚਿਆਂ ਨੂੰ, ਇੱਧਰ ਕਈ ਕਹਿੰਦੇ ਅਸੀਂ ਬੱਚੇ ਨੂੰ ਪਾਠੀ ਥੋੜ੍ਹੀ ਬਣਾਉਣਾ। ਪਾਠੀ ਜ਼ਰੂਰ ਪਾਠ ਕਰਨ ਵਾਸਤੇ ਨਹੀਂ ਬਣਨਾ, ਹਰੇਕ ਸਿੱਖ ਨੂੰ ਸੰਥਿਆ ਲੈਣੀ ਜ਼ਰੂਰੀ ਹੈ। ਕੱਲ੍ਹ ਨੂੰ ਪਾਠੀ ਬਣਨਾ ਚ ਨਹੀਂ ਬਣਨਾ ਬਾਅਦ ਦੀ ਗੱਲ, ਸੰਥਿਆ ਤਾਂ ਬਹੁਤ ਜ਼ਰੂਰੀ ਹੈ। ਅਤੇ ਬੱਚਿਆਂ ਨੂੰ ਕਿਹਾ ਵੀ ਹੈ, ਮੈਨੂੰ ਕਾਕੇ ਨੂੰ ਵੀ ਕਿਹਾ, ਮੈਂ ਕਿਹਾ 5-7 ਬੱਚੇ ਆਪਾਂ ਉੱਥੇ ਭੇਜੀਏ, ਨਾਲੇ ਉਹਨਾਂ ਦਾ ਜੀਵਨ ਬਣੇਗਾ। 2 ਸਾਲ ਦਾ ਕੋਰਸ ਹੈ, ਵਜੀਫਾ ਦਿੰਦੇ ਆ, ਰਿਹਾਇਸ਼ ਫ੍ਰੀ ਹੈ, ਸਭ ਕੁਝ ਫ੍ਰੀ ਹੈ। ਅਤੇ ਫਿਰ ਸਰਟੀਫਿਕੇਟ ਵੀ ਦੇਣਗੇ ਸ਼੍ਰੋਮਣੀ ਕਮੇਟੀ 'ਚ, ਪਹਿਲ ਦੇ ਆਧਾਰ 'ਤੇ ਫਿਰ ਉਹਨਾਂ ਬੱਚਿਆਂ ਨੂੰ ਨੌਕਰੀ ਵੀ ਮਿਲਦੀ ਹੈ। ਕੱਲ੍ਹ ਨੂੰ ਕਿਤੇ ਗ੍ਰੰਥੀ ਸਿੰਘਾਂ ਦੀ ਜ਼ਰੂਰਤ ਹੈ ਜਾਂ ਹੋਰ ਕਿਤੇ ਜ਼ਰੂਰਤ ਹੈ, ਜਿਹੜੇ ਉਸ ਵਿਦਿਆਲੇ 'ਚੋਂ ਬੱਚੇ ਪੜ੍ਹੇ ਹੁੰਦੇ ਨੇ ਉਹਨਾਂ ਨੂੰ। ਅਤੇ ਪਰ ਹੁਣ ਬੱਚਾ ਕੋਈ ਤਿਆਰ ਹੀ ਨਹੀਂ ਹੈ। ਹੁਣ ਮੁਸ਼ਕਿਲ ਹੈ ਸਮਾਂ। ਹੁਣ ਆਉਣ ਵਾਲੇ ਸਮੇਂ 'ਚ ਮਾਫ ਕਰਨਾ, ਮੈਂ ਇੱਕ ਨਗਰ 'ਚ ਗਿਆ, ਕਹਿੰਦੇ ਸਾਡੇ ਲਾਗੇ 3 ਪਿੰਡ ਦੇ ਸਾਲ ਹੋ ਗਏ ਪਾਉਂਦਿਆਂ ਨੂੰ, ਕੋਈ ਗ੍ਰੰਥੀ ਸਿੰਘ ਨਹੀਂ ਸਾਨੂੰ ਮਿਲ ਰਿਹਾ ਪਿੰਡ 'ਚ ਬੈਠਣ ਲਈ। ਇਹਦਾ ਮਤਲਬ ਹੁਣ ਗ੍ਰੰਥੀ ਸਿੰਘ ਨਹੀਂ ਘੱਟ ਰਹੇ। ਗ੍ਰੰਥੀ ਸਿੰਘਾਂ ਦੇ ਵਿਚਾਰਿਆਂ ਦਾ ਉਹਨਾਂ ਦਾ ਗੁਜ਼ਾਰਾ ਨਹੀਂ ਨਾ ਚੱਲਦਾ, ਉਹਨਾਂ ਨੂੰ ਹੋਰ ਵੀ ਨਾਲ ਕੁਝ ਕਰਨਾ ਪੈਂਦਾ। ਆ ਇੱਕ ਸਿੰਘ ਕਹਿੰਦਾ ਵੀ ਸਵੇਰੇ ਸ਼ਾਮ ਗ੍ਰੰਥੀ ਦੀ ਸੇਵਾ ਕਰਦਾ, ਅਤੇ ਫਿਰ ਉਹ ਸਾਈਕਲ ਬਣਾਉਂਦਾ ਮਾਰ ਕੇ, ਤਾਂ ਮੇਰਾ ਗੁਜ਼ਾਰਾ ਫਿਰ ਕਿਰਤ 'ਤੇ ਕੋਈ ਨਾਲ ਕਰਨੀ ਚਾਹੀਦੀ ਹੈ ਨਾ। ਪਰ ਕਹਿੰਦੇ ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਗ੍ਰੰਥ ਨੇ, ਅਸੰਖੀ ਵੇਦ ਨੇ, ਅਤੇ ਪਾਠ ਕਰਨ ਵਾਲੇ ਵੀ ਅਸੰਖ ਅਣਗਿਣਤ। ਅਸੰਖੀ ਜੋਗੀ ਨੇ ਜਿਹੜੇ ਮਾਇਆ ਵੱਲੋਂ ਉਦਾਸ ਰਹਿੰਦੇ ਹੈਗੇ ਨੇ ਗੁਰਮੁਖੋਂ ਬਹੁਤ, ਜਿਹਨਾਂ ਨੂੰ ਮਾਇਆ ਨਾਲ ਕੋਈ ਲੈਣ ਦੇਣ ਨਹੀਂ ਹੈ। ਬਹੁਤੇ ਲੋਕ ਮਾਇਆ ਪਿੱਛੇ ਦੌੜਦੇ ਜ਼ਿੰਦਗੀ ਬਤੀਤ ਕਰ ਜਾਂਦੇ ਹੈ। ਜਿਹੜੇ ਪਹਾੜਾਂ 'ਚ ਬੈਠੇ ਨੇ, ਉਹਨਾਂ ਨੂੰ ਮਾਇਆ ਨਾਲ ਜਟਾਵਾਂ ਵਧੀਆਂ, ਸਰੀਰ ਸੁੱਕੇ ਹੋਏ ਨੇ, ਉਹਨਾਂ ਨੂੰ ਮਾਇਆ ਨਾਲ ਕੋਈ ਮਤਲਬ ਨਹੀਂ ਹੈ। ਉਹਨਾਂ ਨੇ ਕੱਪੜੇ ਨਹੀਂ ਪਾਏ, ਜੇਬ ਨਹੀਂ ਲਾਈ, ਕਿਉਂਕਿ ਮਾਇਆ ਦੀ ਇੱਥੇ ਜ਼ਰੂਰਤ ਹੈ। ਉਹ ਮਾਇਆ ਵੱਲੋਂ ਉਪਰਾਮ ਰਹਿੰਦੇ, ਉਹ ਮਾਇਆ ਵੱਲੋਂ ਹਮੇਸ਼ਾ ਉਦਾਸ ਰਹਿੰਦੇ। ਅਨੇਕਾਂ ਜੋਗੀ ਜੋਗ ਧਾਰਨ ਕਰਕੇ ਬੈਠੇ ਹਨ। ਅਸੰਖ ਭਗਤ ਗੁਣ ਗਿਆਨ ਵਿਚਾਰ। ਮਹਾਰਾਜ ਕਹਿੰਦੇ ਅਸੰਖੀ ਭਗਤ ਨੇ, ਉਹ ਗੁਣ ਗਿਆਨ ਵਿਚਾਰ, ਉਹ ਗੁਣ ਧਾਰਨ ਕਰਕੇ ਫਿਰ ਗਿਆਨ ਦੀ ਵਿਚਾਰ ਕਰਦੇ ਆ। ਭਗਤ ਦਾ ਉਹ ਭਗਤ ਦਾ ਕਰਮ ਹੀ ਇਹ ਵੀ ਭਗਤੀ 'ਚ ਜੋੜਦਾ ਸੰਸਾਰ ਨੂੰ। ਜਿਹੜਾ ਆਪ ਭਗਤ ਬਣ ਗਿਆ ਨਾ, ਉਹ ਦੂਸਰੇ ਨੂੰ ਜੋੜਦਾ, ਫਿਰ ਗਿਆਨ ਦੀ ਵਿਚਾਰ ਕਰਦਾ ਹੈ। ਹਾਂ, ਜੇ ਤੁਹਾਡੇ ਕੋਲ ਕਿਸੇ ਵਿਸ਼ੇ 'ਤੇ ਵੀ ਗਿਆਨ ਹੈ, ਮੰਨ ਲਓ ਆਪ ਜੀ ਜੇ ਤੇ ਸੰਧਿਆ ਇੱਥੇ ਸ਼ਾਇਦ ਬੱਚੀਆਂ ਆਈਆਂ ਹੋਣਗੀਆਂ, ਮੈਨੂੰ ਕੱਲ੍ਹ ਉਹ ਬੱਚੀ ਕਹਿੰਦੀ, ਮੈਨੂੰ ਬੜੀ ਖੁਸ਼ੀ ਹੋਈ, ਕਹਿੰਦੀ ਬਾਬਾ ਜੀ ਅਗਲੇ ਮਹੀਨੇ 'ਚ ਨਾ ਜੂਨ 'ਚ ਛੁੱਟੀਆਂ ਹੋਣੀਆਂ ਬੱਚਿਆਂ ਨੂੰ, ਅਤੇ
ਉਪਰਾਲਾ ਕਰਨ ਦੀ ਇੱਛਾ ਹੈ ਵੀ ਆਨਲਾਈਨ ਕਲਾਸਾਂ ਲਾਈਆਂ ਜਾਣ, ਬੱਚਿਆਂ ਨੂੰ ਸੰਥਿਆ ਦੇਣੀ ਹੈ ਬਾਣੀ ਦੀ। ਬੱਚਿਆਂ ਨੇ ਸੰਥਿਆ ਲਈ ਹੈ ਔਰ ਬੱਚਿਆਂ ਨੂੰ ਸੰਥਿਆ ਦੇਈਏ। ਬਹੁਤ ਵੱਡੀ ਗੱਲ ਹੈ, ਬਹੁਤ ਵੱਡਾ ਉਦਮ ਹੈ, ਬਹੁਤ ਵੱਡੀ ਸੇਵਾ ਹੈ। ਆਪ ਜੀ ਕੋਲ ਜੇ ਕੋਈ ਵੀ ਗੁਣ ਹੈ, ਜੇ ਤੇ ਆਪ ਬਾਣੀ ਪੜ੍ਹ ਲੈਂਦੇ ਹੋ, ਦੂਸਰਿਆਂ ਨੂੰ ਨਾਲ ਦੀਆਂ ਬੀਬੀਆਂ ਨੂੰ ਸੰਥਿਆ ਦੇ ਦਿਓ, ਉਹਨਾਂ ਨੂੰ ਵੀ ਪ੍ਰੇਰੋ। ਹੋਰ ਵੀ ਕੋਈ ਤੁਹਾਡੇ ਕੋਲ ਗੁਣ ਹੈ, ਕਿਸੇ ਨੂੰ ਰਸੋਈ 'ਚ ਚੰਗੀ ਡਿਸ਼ ਬਣਾਉਣ ਦਾ, ਵੀ ਚੰਗੀ ਜਿਹੜੀ ਉਹ ਧਾਰਮਿਕ ਤੌਰ 'ਤੇ ਭਾਈ ਉਹ ਦੂਜਿਆਂ ਨੂੰ ਸਿਖਾਏ, ਉਹ ਬੱਚੀਆਂ ਨੂੰ ਕੁਝ ਵੀ, ਕਿਸੇ ਨੂੰ ਕੱਪੜੇ ਬੁਣਨ ਦਾ, ਉਹ ਦੂਸਰਿਆਂ ਨੂੰ ਸੇਵਾ ਕਰੇ। ਭਾਈ ਤੁਸੀਂ ਇਹ ਕਿਰਤ ਕਰ ਸਕਦੇ ਹੋ। ਇਹ ਸੇਵਾਵਾਂ ਅਸੀਂ ਕਰਨੀਆਂ, ਗਿਆਨ ਦੀ ਅਸੀਂ ਵਿਚਾਰ ਕਰਨੀ, ਗਿਆਨ ਵੰਡਣਾ। ਜੋ ਵੀ ਗਿਆਨ ਤੁਹਾਡੇ ਕੋਲ ਹੈ ਉਹਨੂੰ ਵੰਡਣਾ ਹੈ ਔਰ ਇਹਦੇ 'ਚ ਘਾਟਾ ਕੋਈ ਨਹੀਂ ਪੈਂਦਾ। ਜਦੋਂ ਅਸੀਂ ਕਿਸੇ ਨੂੰ ਕੁਝ ਵੰਡਦੇ ਆ ਨਾ, ਤੇ ਆਪਣੇ ਕੋਲ ਜ਼ਿਆਦਾ ਆਉਂਦਾ ਹੈ। ਹੱਥੋਂ ਕੁਝ ਛੱਡਾਂਗੇ ਤਾਂ ਉਹ ਚੀਜ਼ ਜਿੰਨੀ ਹੱਥੋਂ ਜਿਹੜੀ ਚੀਜ਼ ਨੂੰ ਛੱਡਾਂਗੇ ਉਨੀ ਸਾਡੇ ਕੋਲ ਜ਼ਿਆਦਾ ਆਏਗੀ। ਜਿਸ ਚੀਜ਼ ਨੂੰ ਇਕੱਠੀ ਕਰਨ ਦਾ ਯਤਨ ਕਰਾਂਗੇ ਉਹ ਕਈ ਵਾਰੀ ਹੱਥਾਂ 'ਚੋਂ ਨਿਕਲਣ ਦਾ ਯਤਨ ਕਰਾਂਗੇ। ਤੇ ਮਹਾਰਾਜ ਕਹਿੰਦੇ ਜਿੱਥੇ ਜਾਏ ਬਈਏ ਭਲਾ ਕਹੀਏ ਝੋਲ ਅੰਮ੍ਰਿਤ ਤੀਜੇ ਗੁਣਾ ਕਾ ਹੋਵੇ ਵਾਸਨਾ ਕੱਢ ਵਾਸ ਲੀਜੇ। ਕਹਿੰਦੇ ਤੁਹਾਡੇ ਕੋਲ ਗੁਣ ਹੈ ਨਾ, ਜ਼ਰੂਰ ਵੰਡਣ ਦਾ ਯਤਨ ਕਰੋ, ਜ਼ਰੂਰ ਉਸ ਗੁਣ ਨੂੰ ਅੱਗੇ ਸ਼ੇਅਰ ਕਰਨਾ ਹੈ। ਮਹਾਰਾਜ ਕਹਿੰਦੇ ਅਸੰਖ ਬੇਅੰਤ ਭਗਤ ਨੇ ਜਿਹੜੇ ਗੁਣਾਂ ਦੀ, ਗਿਆਨ ਦੀ ਵਿਚਾਰ ਕਰ ਰਹੇ ਹਨ। ਅਸੰਖ ਸਤੇ ਅਸੰਖ ਦਾਤਾਰ, ਅਨੇਕਾਂ ਸਤ ਕਮਾਉਣ ਵਾਲੇ ਸਤੀ ਨੇ ਤੇ ਅਸੰਖੀ ਦਾਤੇ ਹੈ। ਦਾਤੇਦਾਰ ਦੇ ਵੀ ਰੱਬ ਬਣ ਕੇ ਬੈਠੇ ਆ। ਦਾਤੇਦਾਰ ਤੇ ਵੀ ਉਹ ਅੱਗੇ ਕੁਝ ਨਾ ਕੁਝ ਦਿੰਦੇ। ਮੰਨ ਲਓ ਆਪਾਂ ਗੁਰਦੁਆਰੇ ਬੈਠੇ ਆ, ਅਸੰਖ ਇੱਥੇ ਕੋਈ ਬ੍ਰੈਡ ਲੈ ਕੇ ਆਉਂਦਾ, ਕੋਈ ਪ੍ਰਸ਼ਾਦੇ ਪਾ ਕੇ ਪਕਾ ਕੇ ਲਿਆਉਂਦਾ, ਕੋਈ ਦੁੱਧ ਲੈ ਕੇ ਆਉਂਦਾ, ਉਹ ਦਾਤਾ ਬਣ ਕੇ ਆ ਰਿਹਾ, ਕੁਝ ਦੇਣ ਵਾਸਤੇ ਆ ਰਿਹਾ। ਤੇ ਅਸੰਖ ਇੱਥੇ ਛੱਡ ਕੇ ਵੀ ਜਾਂਦੇ, ਜਿਹੜੇ ਦਿੰਦੇ ਕੁਝ ਨਹੀਂ ਉਹ ਛੱਡਦੇ ਹੀ ਹੈ। ਇੱਥੇ ਮੰਗਤੇ ਵੀ ਅਸੰਖ ਨੇ ਤੇ ਇੱਥੇ ਦਾਤੇ ਵੀ ਅਸੰਖ ਨੇ। ਵੈਸੇ ਅਸੀਂ ਦਾਤਾ ਹੀ ਬਣਨਾ ਹੈ। ਜੇਬ ਚੋਂ ਕਿਸੇ ਨਾ ਕਿਸੇ ਨੂੰ ਕੁਝ ਦਈਏ। ਮਹਾਰਾਜ ਕਹਿੰਦੇ ਅਸੰਖ ਸਤੀ ਅਸੰਖ ਦਾਤਾਰ, ਅਸੰਖ ਸਤ ਕਮਾਉਣ ਵਾਲੇ, ਉੱਚੇ ਆਚਰਣ ਵਾਲੇ ਤੇ ਅਸੰਖ ਦਾਤੇ ਵੀ ਨੇ। ਰੱਬ ਨੇ ਉਹਨਾਂ ਨੂੰ ਦਾਤੇ ਲਾਇਆ, ਅੱਗੇ ਕੁਝ ਨਾ ਕੁਝ ਦਿੰਦੇ ਰਹਿੰਦੇ ਆ। ਤੁਸੀਂ ਵੀ ਕਿਸੇ ਨੂੰ ਕੋਈ ਦੇ, ਤੁਸੀਂ ਜਿਹਨੂੰ ਕੋਈ ਦਓਗੇ ਨਾ ਉਹਦੇ ਵਾਸਤੇ ਤੁਸੀਂ ਦਾਤੇ ਹੀ ਹੋ। ਉਹਨੇ ਭਾਵੇਂ ਅਰਦਾਸ ਗੁਰੂ ਸਾਹਿਬ ਅੱਗੇ ਕੀਤੀ ਹੋਵੇ, ਮੰਨ ਲਓ ਇਹਦੇ ਜਾਪਣੀ ਸਾਹਿਬ ਅਰਦਾਸ ਕਰਕੇ ਜਾਂਦਾ ਹੈ, ਉਹ ਤੁਹਾਡੇ ਤੇ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਨਾ, ਉਹ ਮੰਨ ਲਓ ਵੀ ਮੈਂ ਕਿਸੇ ਤੋਂ 10,000 ਰੁਪਈਆ ਮੰਗ ਰਿਹਾ, ਗੁਰੂ ਕੋਲੋਂ ਵੀ ਅਸੀਂ ਮੰਗਦੇ ਹਾਂ। ਤੇ ਜਦੋਂ ਤੋਂ ਮੰਗ ਲਿਆ, ਉਹਨੇ ਕਿਹਾ ਭਾਈ ਸਾਹਿਬ ਜੀ ਕੀ ਕਰਨਾ ਹੈ, ਮੈਂ ਕਹਾਂਗਾ ਵੀ 10,000 ਮੇਰੇ ਕੋਲ ਹੈਗਾ, ਮੈਂ ਕਹਿੰਦਾ 20,000 ਰੁਪਈਆ ਮੇਰੇ ਕੋਲ ਹੋ ਜਾਏ, ਵੀ 10 ਤੁਸੀਂ ਦੇ ਦਿਓ। ਉਹ ਨਹੀਂ ਦੇਗਾ ਤੁਹਾਨੂੰ, ਤੇਰੇ ਕੋਲ 20,000 ਰੁਪਈਆ ਹੋ ਜਾਏ, ਕਿ ਮੇਰੇ ਕੋਲ 10,000। ਤੇ ਜੇ ਮੰਨ ਲਓ ਉਸੇ ਬੰਦੇ ਕੋਲ ਤੁਸੀਂ ਜਾਓ ਤੇ ਜਾ ਕੇ ਇਹ ਗੱਲ ਕਹੋ ਵੀ ਮੇਰੀ ਮਾਂ ਬੜੀ ਬਿਮਾਰ ਹੈ ਤੇ ਭਾਈ ਸਾਹਿਬ ਜੀ ਮੈਨੂੰ ਬੜੀ ਜ਼ਰੂਰਤ ਹੈ, 10,000 ਰੁਪਈਆ ਤੋਂ ਫਿਰ ਤੁਹਾਨੂੰ ਮਿਲੇਗਾ, ਜ਼ਰੂਰ ਮਿਲੇਗਾ। ਮੰਗਣ ਦਾ ਵੀ ਤਰੀਕਾ ਹੋਣਾ ਚਾਹੀਦਾ, ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਮੰਗਣੀ ਚਾਹੀਦੀ ਹਨ। ਆਪ ਮੋਟਰਸਾਈਕਲ ਗੱਡੀ ਤੇ ਜਾਂਦੇ ਹੋ ਤੇ ਅੱਗੋਂ ਟ੍ਰੈਫਿਕ ਵਾਲੇ ਵੀਰ ਮਿਲ ਜਾਂਦੇ ਆ। ਉਹਨਾਂ ਨੇ ਪੁੱਛਿਆ, ਕਹਿੰਦੇ ਵੀ ਡਰਾਈਵਰੀ ਲਾਇਸੈਂਸ ਲਿਆ ਵੀ? ਕਹਿੰਦਾ ਜੀ ਘਰੇ ਭੁੱਲ ਆਇਆ, ਜਲਦੀ 'ਚ ਭੁੱਲ ਆਇਆ। ਕਹਿੰਦੇ ਵੀ ਇਹ ਕੀ ਗੱਲ ਹੋਈ ਵੀ ਜਲਦੀ ਤੁਸੀਂ ਭੁੱਲ ਆਏ? ਉਹ ਖੜਿਆ ਇੱਕ ਹੋਰ ਮੋਟਰਸਾਈਕਲ ਵਾਲਾ ਆ ਗਿਆ, ਉਹਨੂੰ ਵੀ ਉਹਨੇ ਪੁੱਛਿਆ, ਟ੍ਰੈਫਿਕ ਵਾਲੇ ਵੀਰ ਨੇ, ਕਹਿੰਦਾ ਵੀ ਹਾਂ ਵੀ ਡਰਾਈਵਰੀ ਲਾਇਸੈਂਸ। ਕਹਿੰਦਾ ਜੀ ਘਰੇ ਭੁੱਲ ਆਇਆ। ਕਹਿੰਦਾ ਕਿਉਂ? ਕਹਿੰਦਾ ਜੀ ਮਾਂ ਬੜੀ ਬਿਮਾਰ ਸੀ ਤੇ ਉਹ ਹਸਪੀਟਲ ਲੈ ਕੇ ਗਿਆ, ਬਹੁਤ ਮਾਂ ਬਿਮਾਰ, ਜਲਦੀ ਮੈਂ ਭੁੱਲਿਆ। ਉਹਦਾ ਚਲਾਨ ਨਹੀਂ ਉਹ ਕੱਟਿਆ। ਕਹਿੰਦਾ ਫਿਰ ਜਾ ਭਾਈ, ਜੇ ਤੈਨੂੰ ਐਮਰਜੈਂਸੀ ਭੁੱਲ ਆਇਆ ਕੋਈ ਗੱਲ ਨਹੀਂ ਹੈ, ਇਹੋ ਜਿਹੀ ਐਮਰਜੈਂਸੀ 'ਚ ਬੰਦਾ ਭੁੱਲ ਜਾਂਦਾ। ਭਾਵ ਕਿ ਅਸੀਂ ਕੁਝ ਮੰਗਦੇ ਹਾਂ ਨਾ, ਤੇ ਉਹ ਚੀਜ਼ ਦੀ ਲੋੜ ਹੋਣੀ ਚਾਹੀਦੀ ਹੈ, ਉਹ ਸਾਡੇ ਅੰਦਰੋਂ ਤੜਫ ਹੋਣੀ ਚਾਹੀਦੀ, ਫਿਰ ਤੁਹਾਨੂੰ ਮਿਲੇਗਾ ਵੀ ਜ਼ਰੂਰ। ਤੇ ਜੇ ਬਹੁਤ ਕੁਝ ਹੈ ਹੋਰ 10,000 ਹੈ 20,000 ਹੋ ਜਾਏ, ਇਸ ਕਰਕੇ ਮੰਗਦੇ ਫਿਰ ਨਹੀਂ ਮਿਲੇਗਾ। ਤਰਲਾ ਲਈਏ ਮਾਰੇ ਮੇਰੇ ਕੋਲ ਹੈ ਹੀ, ਜਿਹੜੀ ਚੀਜ਼ ਹੈ ਨਹੀਂ ਉਹ ਮੰਗਾਂਗੇ ਫਿਰ ਮਿਲ ਜਾਂਦੀ ਹੈ। ਉਹ ਸਾਡੀ ਭਾਵਨਾ ਅੰਦਰਲਾ ਤਰਸ ਵੇਖਦਾ ਹੈ ਗੁਰੂ। ਅਸੰਖ ਸਤੀ ਨੇ ਤੇ ਅਸੰਖ ਦਤਾਰ ਨੇ। ਤੇ ਅਰਦਾਸ ਗੁਰੂ ਘਰ ਕੋਈ ਕਰਕੇ ਜਾਵੇ, ਤੁਹਾਡੇ ਅੱਗੇ ਤਰਲਾ ਲੈ ਭਾਈ ਸਾਹਿਬ ਜੀ ਵੀ ਮੇਰਾ ਬੱਚਾ ਬੜਾ ਬਿਮਾਰ ਹੈ, ਮੇਰੀ ਮਾਂ, ਤੁਹਾਨੂੰ ਤਰਸ ਦੇ ਆਧਾਰ 'ਤੇ ਤੁਸੀਂ ਦਿਓਗੇ। ਵੈਸੇ ਕੋਈ ਮੰਗੇ ਤੁਹਾਡੇ ਤੋਂ ਨਹੀਂ ਤੁਸੀਂ ਦਿਓਗੇ। ਦਾਤਾ ਬਣ ਜਾਂਦਾ ਬੰਦਾ। ਅਸੰਖ ਤੁਹਾਨੂੰ ਮਿਲ ਜਾਣਗੇ। ਅਸੰਖ ਸੂਰ ਮੋਹ ਭਖਸਾਰ। ਮਹਾਰਾਜ ਕਹਿੰਦੇ ਅਸੰਖੀ ਸੂਰਮੇ ਇੱਥੇ ਮੋਹ ਭਖਸਾਰ, ਕਹਿੰਦੇ ਮੂੰਹ ਤੇ ਸ਼ਸਤਰ ਖਾ ਕੇ ਮਰਨ ਵਾਲੇ ਸੂਰਮੇ, ਲੜ ਕੇ ਅੜ ਕੇ ਮਰਨ ਵਾਲੇ।
ਅਨੇਕਾਂ ਮਿਲਣ। ਰਾਵਣ ਕਹਿੰਦਾ ਸੀ 1.25 ਲੱਖ ਪੁੱਤਰ ਜਿੰਨੀ ਮੇਰੇ ਕੋਲ ਤਾਕਤ ਹੈ। 1.25 ਲੱਖ ਬੰਦਾ ਮਰਨ ਲਈ ਤਿਆਰ ਸੀ ਰਾਵਣ ਦੇ ਉੱਪਰੋਂ। ਉਹ ਸੂਰਮੇ ਜਿਹੜੇ ਮੂੰਹ ਤੇ ਸ਼ਸਤਰ ਖਾ ਕੇ ਕਹਿੰਦੇ ਸਾਡੇ ਗੁਰੂ ਸਾਹਿਬ ਨਾਲ ਕਿੰਨੇ ਸਿੱਖਦਾ ਆਰੇ ਨਾਲ ਚੀਰ ਦਿੱਤੇ ਗਏ, ਰੂਹ 'ਚ ਲਪੇਟ ਕੇ ਸਾੜ ਦਿੱਤੇ ਗਏ, ਦੇਗਾਂ 'ਚ ਬਿਠਾ ਦਿੱਤੇ ਗਏ। ਉਹ ਸੂਰਮੇ ਮੂੰਹ ਤੇ ਵਾਰ ਖਾ ਕੇ, ਉਹਦਾ ਪਿੱਠ ਤੇ ਵਾਰ ਖਾਣਾ, ਇੱਕ ਉਹਦਾ ਮੂੰਹ ਦੇ ਉਹਦਾ ਵੀ ਜੂਝ ਕੇ ਮਰਨਾ। ਇਹੋ ਜਿਹੇ ਤੁਹਾਨੂੰ ਅਨੇਕਾਂ ਸੂਰਮੇ ਮਿਲ ਜਾਣਗੇ ਜਿਹੜੇ ਆਪਣੀ ਇਤਿਹਾਸ ਕੱਲ੍ਹ ਨਾ ਚੱਲਿਆ ਸ਼ਾਮ ਨੂੰ ਸ੍ਰੀ ਮੁਕਤਸਰ ਸਾਹਿਬ ਦਾ ਯੁੱਧ। 40 ਸਿੰਘ ਰਾਮਿਆਂ ਨੇ ਬਦਾਵਾ ਲੈ ਕੇ ਦੇ ਗਏ ਤੇ ਇੱਕ ਸਿੰਘ ਵਿੱਚੋਂ ਬੋਲਿਆ, ਕਹਿੰਦੇ ਓਏ ਇੰਨਾ ਪਾਪ ਕਰਕੇ ਗੁਰੂ ਤੋਂ ਬੇਮੁਖ। 4 ਹੋਰ ਨਾਲ ਖੜ ਕੇ ਕਹਿੰਦੇ ਅਸੀਂ ਤੇ ਨਹੀਂ ਜੇ ਜਾਣਾ। ਹੋਰ ਕਰਦਿਆਂ 40 ਸਿੰਘ ਹੋ ਗਏ। ਉਹ ਫਿਰ ਜਾ ਕੇ ਯੁੱਧ ਕਰਦੇ ਖਦਰਾਣੇ ਦੀ ਢਾਬ ਤੇ। ਉਹ 40 ਸਿੰਘ 1 ਘੰਟੇ ਦੇ ਵਿੱਚ ਹੀ ਉਹਨਾਂ ਨੂੰ ਮਾਰ ਕੇ ਫਿਰ ਥੋੜੇ ਸਮੇਂ ਦੇ ਵਿੱਚ ਸ਼ਹੀਦ ਹੋ ਜਾਂਦੇ ਆ। ਮਹਾਰਾਜ ਫਿਰ ਆਣ ਕੇ ਬਖਸ਼ਾਂ ਵੰਡਦੇ। ਇਹੋ ਜਿਹੇ ਅਸੰਖ ਸੂਰਮੇ ਤੁਹਾਨੂੰ ਮਿਲ ਜਾਣਗੇ ਜਿਹੜੇ ਮੂੰਹ ਤੇ ਵਾਰ ਖਾ ਕੇ ਪਿੱਠ ਤੇ ਨਹੀਂ ਵਾਰ ਖਾਂਦੇ, ਅੱਗੋਂ ਸਾਹਮਣੇ ਲੜ ਕੇ ਸ਼ਹੀਦ ਹੁੰਦੇ ਹਨ। ਮਹਾਰਾਜ ਕਹਿੰਦੇ ਅਣਗਿਣਤੀ ਇੱਥੇ ਮੋਣ ਧਾਰ ਕੇ ਬੈਠੇ, ਸੁਰਤ ਰੱਬ ਨਾਲ ਜੋੜ ਕੇ ਬੈਠੇ ਹੈ। ਮੋਣ ਧਾਰਨ ਦੇ ਵੀ ਰੱਬ ਨੂੰ ਜਪਦੇ ਹੋਣਗੇ ਤਾਂ ਹੀ ਮੋਣ ਧਾਰਨ ਕੀਤਾ ਹੈ। ਉਹ ਕਹਿੰਦੇ ਲਿਵ ਸਾਡੀ ਤਾਰ ਜੁੜੀ ਰਹੇ ਰੱਬ ਦੇ ਨਾਲ। ਅਸੰਖ ਮੋਣ, ਗੁਰੂ ਘਰ ਦੇ ਮੋਣ ਪ੍ਰਵਾਨ ਨਹੀਂ ਹੈ। ਨਾ ਬਹੁਤਾ ਬੋਲਣਾ ਪ੍ਰਵਾਨ ਹੈ, ਨਾ ਚੁੱਪ ਰਹਿਣਾ ਪ੍ਰਵਾਨ ਹੈ। ਬਹੁਤਾ ਬੋਲਣ ਝੱਕਣ ਹੋਏ, ਚੁੱਪੇ ਚੁੱਪ ਨਾ ਹੋਵੇ। ਮਹਾਰਾਜ ਨੇ ਅੱਗੇ ਸ਼ਬਦ ਸਾਹਿਬ ਨੂੰ ਬਚਨ ਕਹੇ। ਹਾਂ ਮੇਨ ਤੋਲ ਕੇ ਅਸਲ ਵਿੱਚ ਨਾ ਇੱਕ ਮੁਹੰਮਦ ਸਾਹਿਬ ਨੇ ਮੈਂ ਪੜ੍ਹਿਆ, ਚੰਗੀਆਂ ਗੱਲਾਂ ਸਾਨੂੰ ਸ਼ੇਅਰ ਕਰ ਲੈਣੀਆਂ ਚਾਹੀਦੀਆਂ। ਕਹਿੰਦੇ ਵੀ ਕਿਸੇ ਨੇ ਪੁੱਛਿਆ, ਉਹ ਕਹਿੰਦੇ ਤੁਹਾਨੂੰ ਇੱਕ ਉਪਦੇਸ਼ ਦੇਣਾ ਹੈ। ਕਿਸੇ ਨੇ ਆਖਿਆ ਵੀ ਧਾਰਮਿਕ ਉਪਦੇਸ਼ ਹੋਏਗਾ। ਤੇ ਮੁਹੰਮਦ ਸਾਹਿਬ ਨੇ ਇੱਕ ਗੱਲ ਕਹੀ ਵੀ ਤੁਸੀਂ ਕੁਝ ਵੀ ਕਰਨ ਲੱਗੇ ਹੋ ਤੇ ਤੁਸੀਂ ਪਹਿਲਾਂ ਇੱਕ ਗੱਲ ਸੋਚਣੀ ਵੀ ਕਿਉਂ ਕਰ ਰਿਹਾ। ਕਹਿੰਦਾ ਫਿਰ ਤੁਸੀਂ ਰੱਬ ਦੇ ਘਰੇ ਪ੍ਰਵਾਨ ਹੋਵੋਗੇ। ਪ੍ਰਸ਼ਾਦਾ ਛਕਣ ਲੱਗੇ ਆ, ਪ੍ਰਸ਼ਾਦਾ ਮੈਂ ਕਿਉਂ ਛਕ ਰਿਹਾ ਪਹਿਲਾਂ ਸੋਚੋ। ਮੰਨ ਲਓ ਕਿ ਖਾਲਾ ਅੱਗੇ ਭਰਿਆ ਪ੍ਰਸ਼ਾਦੇ ਨਾਲ, ਪਦਾਰਥਾਂ ਨਾਲ, ਤੇ ਅਸੀਂ ਸੋਚਣਾ ਵੀ ਇਹ ਮੈਂ ਕਿਉਂ ਛਕ ਰਿਹਾ। ਇੱਕ ਤਾਂ ਕਿ ਮੈਂ ਢਿੱਡ ਭਰਨ ਵਾਸਤੇ ਛਕ ਰਿਹਾ, ਇੱਕ ਹੈਗਾ ਮੈਂ ਸਵਾਦ ਵਾਸਤੇ ਛਕ ਰਿਹਾ। ਖਾਣਾ ਉਹੀ ਹੈ, ਸਾਡੀ ਸੋਚ ਕੀ ਹੈ ਵੀ ਮੈਂ ਪੇਟ ਭਰਨਾ, ਮੈਨੂੰ ਭੁੱਖ ਲੱਗੀ ਇਸ ਵਾਸਤੇ ਛਕਣਾ। ਇੱਕ ਕਹਿੰਦਾ ਵੀ ਇਹ ਸਵਾਦ ਬੜਾ ਇਸ ਕਰਕੇ ਛਕਣਾ। ਇੱਕ ਕਹਿੰਦਾ ਵੀ ਮੇਰੀ ਹੈਲਥ ਵਿਗੜੇਗੀ, ਇਹ ਖਾ ਲਿਆ ਤੇ ਮੈਨੂੰ ਤੇ ਤਲਿਆ ਖਾਣਾ ਖਰਾਬ ਕਰੇਗਾ। ਕਹਿੰਦੇ ਕੋਈ ਵੀ ਆਪਾਂ ਗੁਰਦੁਆਰੇ ਬੈਠੇ ਆ, ਸਾਨੂੰ ਸੋਚਣਾ ਚਾਹੀਦਾ ਮੈਂ ਕਿਉਂ ਗੁਰਦੁਆਰੇ ਆਇਆ। ਕਹਿੰਦੇ ਕਾਮਯਾਬ ਜਦੋਂ ਆਹ ਸੋਚਣਾ ਸ਼ੁਰੂ ਕਰੋ, ਕਹਿੰਦਾ ਤੁਸੀਂ ਕਾਮਯਾਬ ਉਦੋਂ ਹੋਣਾ। ਕੋਈ ਵੀ ਕੰਮ ਕਰਨ ਲੱਗਾ ਮੈਂ ਕਿਉਂ ਚੱਲਿਆ ਫਲਾਣੇ ਥਾਂ ਤੇ, ਮੈਂ ਕਿਉਂ ਬੈਠਾ ਗੁਰਦੁਆਰੇ, ਮੈਂ ਕਿਉਂ ਖਾਣ ਲੱਗਾ, ਮੈਂ ਕਿਉਂ ਆਹ ਕਾਰਜ ਕਰਨਾ। ਜਦੋਂ ਆਹ ਸੋਚਣਾ ਸ਼ੁਰੂ ਕਰੋਗੇ, ਮੁਹੰਮਦ ਸਾਹਿਬ ਕਹਿੰਦੇ ਮੇਰੀਆਂ ਨਜ਼ਰਾਂ 'ਚ ਬੜੀ ਜਲਦੀ ਪ੍ਰਵਾਨ ਹੋਵੋਗੇ। ਅਸੀਂ ਸੋਚਦੇ ਹੀ ਕੁਝ ਨਹੀਂ ਹੈ। ਵਿਦੇਸ਼ਾਂ ਵਾਲੇ ਤਾਂ ਉਹ ਕੋਈ ਚੀਜ਼ ਖਰੀਦਦੇ ਨਾ, ਉਹ ਪਹਿਲਾਂ ਵੇਖਦੇ ਵੀ ਇਹ ਚੀਜ਼ 'ਚ ਹੈ ਕਿ ਸਾਡੀ ਹੈਲਥ ਖਰਾਬ ਕਰੇਗੀ ਕਿ ਅਸੀਂ ਰੇਟ ਹੀ ਪੁੱਛਦੇ, ਅਸੀਂ ਵੇਖਦੇ ਕੋਈ ਨੇ। ਅਸੀਂ ਆਨੇ ਵੀ ਉਹ ਕਹਿੰਦੇ ਚੌਕਲੇਟ ਲੈਣੇ ਆ, ਕਹਿੰਦੇ ਰੇਟ ਦੱਸੋ 10 ਵਾਲੀ ਕਿ 5 ਵਾਲੀ ਕਿ 20 ਵਾਲੀ ਕਿ 50 ਵਾਲੀ ਕਿ 100 ਵਾਲੀ। ਅਸੀਂ ਇਹ ਨਹੀਂ ਵੇਖਣਾ ਇਹਦੇ ਵਿੱਚ ਕੀ ਹੈ। ਵਿਦੇਸ਼ ਵਾਲੇ ਪਹਿਲਾਂ ਵੇਖਦੇ ਇਹਦੇ 'ਚ ਕੀ ਹੈ, ਰੇਟ ਨਹੀਂ ਪੁੱਛਦੇ। ਉਹ ਹੈਲਥ ਵਾਸਤੇ ਚੀਜ਼ ਵੇਖਦੇ ਵੀ ਇਹ ਕੋਈ ਨੁਕਸਾਨ ਦੇ ਤੇ ਨਹੀਂ, ਫਿਰ ਪੈਸੇ ਲਾ ਦਿੰਦੇ ਜਿੰਨੇ ਰੋ। ਅਸੀਂ ਹੋਰ ਪਾਸੇ ਤੋਂ ਮੈਂ ਕਿਉਂ ਖਾ ਰਿਹਾ, ਕਿਉਂ ਕਰ ਰਿਹਾ, ਕਿਉਂ ਜਾ ਰਿਹਾ, ਕਿਉਂ ਬੈਠਾ। ਸਾਨੂੰ ਇਹ ਸੋਚਣਾ ਚਾਹੀਦਾ। ਮੌਨ ਪ੍ਰਵਾਨ ਨਹੀਂ ਹੈ, ਘੱਟ ਬੋਲਣਾ, ਮੇਨ ਤੋਲ ਕੇ ਬੋਲਣਾ। ਅਸੀਂ ਬਹੁਤ ਝੱਕ ਮਾਰਦੇ, ਫਾਲਤੂ ਬਹੁਤ ਬੋਲਦੇ, ਜਿਹੜੀ ਗੱਲ ਨਹੀਂ ਕਰਨ ਵਾਲੀ ਉਹ ਵੀ ਅਸੀਂ ਕਰ ਜਾਂਦੇ ਐਵੇਂ ਹੀ। ਮਹਾਰਾਜ ਕਹਿੰਦੇ ਮੇਨ ਤੋਲ ਕੇ ਬੋਲਣਾ ਚਾਹੀਦਾ ਔਰ ਇੱਜ਼ਤ ਵੀ ਬਣੇਗੀ। ਉਹ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਹਨ, ਇੱਕ ਚੁੱਪ ਤੇ 100 ਸੁੱਖ। ਚੁੱਪ 'ਚ 100 ਸੁੱਖ ਹੈ। ਮੈਂ ਕਿਤੇ ਗਿਆ, ਬਾਣਾ ਪਾਇਆ, ਚੁੱਪ ਕਰਕੇ ਬੈਠੇ ਰਹੋ, ਅਗਲੇ ਦੇ ਪ੍ਰਭਾਵ ਪਏਗਾ। ਬੋਲਣ ਲੱਗ ਪਓ, ਅਗਲੇ ਨੂੰ ਪਤਾ ਲੱਗ ਜਾਂਦਾ ਕਿੰਨੇ ਕੁ ਪਾਣੀ 'ਚ ਹੈ। ਬੋਲਿਆ ਸਾਡੇ ਅੰਦਰ ਦੀ ਅਵਸਥਾ ਪ੍ਰਾਪਤ ਪੜ੍ਹ ਲੈਂਦਾ ਅਗਲਾ, ਵੀ ਇਹ ਸਮਝ ਲੈਂਦਾ ਵੀ ਇਹ ਕਿੰਨਾ ਕੁ ਗਿਆਨੀ ਬਣਦਾ ਹੈ, ਇਹਦੇ ਅੰਦਰ ਕੀ ਹੈ। ਮਹਾਰਾਜ ਕਹਿੰਦੇ ਠੀਕ ਠਾਕ ਹੀ ਬੋਲਣਾ ਚਾਹੀਦਾ, ਜਿੰਨਾ ਮਤਲਬ ਦਾ ਜੀ। ਕੁਦਰਤ ਤੇਰੀ ਤੂੰ ਸਾਜੀ ਹੈ, ਕਵਣ ਕਹਾ ਵਿਚਾਰ। ਮੈਂ ਕੀ ਕਹਿ ਸਕਦਾ ਰੱਬ ਜੀ ਤੇਰੇ ਬਾਰੇ, ਤੇਰੀ ਕੁਦਰਤ ਬਾਰੇ।
ਮੇਰੇ ਤੋਂ ਤਾਂ ਆਪਣੇ ਆਪ ਨੂੰ ਇੱਕ ਵਾਰੀ ਵੀ ਨਹੀਂ ਤੇਰੇ ਤੋਂ ਵਾਰਿਆ ਜਾਂਦਾ। ਮੈਂ ਤੇ ਤੇਰੇ ਤੋਂ ਆਪਣੇ ਆਪ ਨੂੰ ਕੁਰਬਾਨ ਹੀ ਨਹੀਂ ਕਰ ਸਕਦਾ, ਇੱਕ ਮੇਰੀ ਵੀ ਨਹੀਂ ਵਾਰਿਆ ਜਾ ਸਕਦਾ। ਹਾਂ ਜੋ ਤੁਧ ਭਾਵੈ ਸਾਈ ਬੜੀ ਕਾਰ। ਹਾਂ, ਇਹ ਚੰਗੀ ਗੱਲ ਹੈ ਵੀ ਜੋ ਤੈਨੂੰ ਭਾਉਂਦੀ ਉਹ ਮੈਨੂੰ ਗੱਲ ਚੰਗੀ ਲੱਗਦੀ, ਮੈਂ ਤੇਰੀ ਰਜ਼ਾ ਚ ਆ ਜਾ। ਅਸਲ ਦੇ ਵਿੱਚ ਰੱਬ ਮਾੜਾ ਕਦੇ ਵੀ ਨਹੀਂ ਜੇ ਕਰਦਾ ਗੁਰੂ, ਭਲੀ ਕਾਰ ਹੀ ਹੈ ਉਹਦੀ, ਸਾਨੂੰ ਭਾਜੇ। ਇਹ ਅਰਦਾਸ ਸਾਨੂੰ ਗੁਰੂ ਸਾਹਿਬ ਅੱਗੇ ਕਰਨੀ ਚਾਹੀਦੀ ਹੈ। ਸਦਾ ਸਲਾਮਤ ਨਿਰੰਕਾਰ। ਇਹ ਰੱਬ ਜੀ ਤੁਸੀਂ ਸਦਾ ਸਲਾਮਤ ਤੇ ਨਿਰੰਕਾਰ, ਨਿਰੰਕਾਰ ਜਿਹਦਾ ਕਾਰ ਕੋਈ ਨਹੀਂ ਹੈ, ਤੇ ਸਦਾ ਸਲਾਮਤ। ਰੱਬ ਮਰਦਾ ਨਹੀਂ ਜਾਂਦਾ ਨਹੀਂ। ਕੱਲ ਵੀ ਆਪਾਂ ਇਹਦੀ ਵਿਚਾਰ ਕੀਤੀ। ਅਸੰਖ ਮੂਰਖ ਅੰਧ ਘੋਰ। ਮਹਾਰਾਜ ਕਹਿੰਦੇ ਅਸੰਖ ਇੱਥੇ ਮੂਰਖ ਤੁਹਾਨੂੰ, ਅੰਧ ਘੋਰ ਦਾ ਅਰਥ ਹੁੰਦਾ ਮਹਾਂ ਮੂਰਖ ਬੰਦੇ ਤੁਹਾਨੂੰ ਮਿਲ ਜਾਣਗੇ। ਇੱਕ ਵਾਰੀ ਨਾ ਦਾਸ ਨੇ ਬੇਨਤੀ ਕੀਤੀ ਸੀ, ਮੂਰਖ ਕਿਹਨੂੰ ਕਹਿੰਦੇ ਆ? ਉਹ ਰਾਣੀ ਆਪਣੇ ਘਰ ਵਾਲੇ ਰਾਜੇ ਨੂੰ ਕਹਿੰਦੀ ਬਾਣੀ ਪੜਿਆ ਕਰ, ਸਵੇਰੇ ਉੱਠਿਆ ਕਰ ਅੰਮ੍ਰਿਤ ਵੇਲੇ। ਕਹਿੰਦਾ ਮੈਨੂੰ ਕੀ ਲੋੜ ਹੈ? ਕਹਿੰਦੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹੈ ਜਿਹੜਾ ਨਾਮ ਨਹੀਂ ਜਪਦਾ ਉਹਦਾ ਮੂਰਖ ਹੈ। ਗੁਰੂ ਸਾਹਿਬ ਨੇ ਸਿੱਧੇ ਬਚਨ ਨੇ, ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ। ਅਸਤਰ ਜੋ ਮਾਨੇ ਹੁੰਦੇ ਸੋ ਤੋਂ ਤੇਰੋ ਹੋਏ ਹੈ ਖੇ, ਕਿਉਂ ਨਾ ਹਰ ਕੋ ਨਾਮ ਲੇਹ ਮੂਰਖ ਨਲਾਜ ਨੇ। ਪਰ ਇਹ ਦੋ ਸ਼ਬਦ ਵਰਤੇ, ਮੂਰਖ ਤੇ ਨਲਾਜ। ਨਲਾਜ ਬਸ਼ਰਮ ਨੂੰ ਕਹਿੰਦੇ ਆ। ਮਹਾਰਾਜ ਕਹਿੰਦੇ ਕਿਉਂ ਨਹੀਂ ਜਪਦਾ? ਰੱਬ ਨੇ ਤੈਨੂੰ ਸਰੀਰ ਦਿੱਤਾ, ਤੈਨੂੰ ਪਹਿਨਣ ਖਾਣ ਦੇ ਦਿੱਤਾ, ਰਹਿਣ ਲਈ ਘਰ ਦਿੱਤਾ, ਬੱਚੇ ਦਿੱਤੇ ਨੇ, ਮਾਂ ਪਿਓ ਦਿੱਤੇ ਨੇ, ਕਿਉਂ ਨਹੀਂ ਜਪਦਾ? ਮੂਰਖ ਇਹਦੇ 'ਚ ਨਹੀਂ ਜਪਦਾ। ਕਹਿੰਦਾ ਰਾਣੀ ਮੈਨੂੰ ਮੂਰਖ ਕਹਿੰਦੀ ਹੈ, ਮੈਨੂੰ ਵਿਖਾਉਣਾ ਮੂਰਖ ਕੌਣ ਹੈ? ਉਹਨੇ ਮੂਰਖ ਸੱਦ ਲਏ। ਸਭ ਤੋਂ ਵੱਡੇ ਮੂਰਖ ਨੂੰ ਸੋਟੀ ਦੇ ਕੇ ਕਹਿੰਦਾ ਵੀ ਤੇਰੇ ਤੋਂ ਵੱਡਾ ਮੂਰਖ ਮਿਲੇ ਨਾ ਤੇ ਮੈਨੂੰ ਬੁਲਾਈ, ਮੈਂ ਰਾਣੀ ਨੂੰ ਵਿਖਾਉਣਾ। ਉਹ ਰਾਜਾ ਬਿਮਾਰ ਹੋ ਗਿਆ ਸਮਾਂ ਪੈਣ ਤੇ, ਹੰਕਾਰ ਅਜੇ ਨਹੀਂ ਅੰਦਰੋਂ ਗਿਆ। ਉਹਨੇ ਉਸ ਮੂਰਖ ਨੂੰ ਸੱਦ ਲਿਆ, ਜਿਹਨੂੰ ਛੜੀ ਦਿੱਤੀ ਰਾਜੇ ਨੇ। ਤੇ ਉਹਨੂੰ ਪੁੱਛਦਾ, ਕਹਿੰਦਾ ਵੀ ਤੇਰੇ ਤੋਂ ਵੱਡਾ ਮੂਰਖ ਕੋਈ ਮਿਲਿਆ ਕਿ ਨਹੀਂ? ਮੈਂ ਤੇ ਹੁਣ ਚੱਲਿਆ। ਉਹ ਮੂਰਖ ਸੀ ਸਾਹਮਣੇ ਵਾਲਾ। ਕਹਿੰਦਾ ਜੀ ਤੁਸੀਂ ਕਿੱਥੇ ਚੱਲੇ ਹੋ? ਰਾਜੇ ਨੂੰ ਪੁੱਛਦਾ। ਕਹਿੰਦਾ ਪ੍ਰਲੋਕ ਦੀ ਯਾਤਰਾ ਦੇ, ਭਾਵ ਕਿ ਮਰ ਜਾਣਾ ਹੁਣ ਮੈਂ, ਵੀ ਪ੍ਰਲੋਕ ਦੀ ਯਾਤਰਾ ਹੀ ਹੈ। ਕਹਿੰਦਾ ਅੱਛਾ ਪ੍ਰਲੋਕ ਦੀ ਯਾਤਰਾ ਤੇ ਚੱਲੇ ਹੋ, ਨਾਲ ਕਿਹਨੂੰ ਲੈ ਕੇ ਚੱਲੇ ਹੋ? ਰਾਜੇ ਨੂੰ ਮੂਰਖ ਅੱਗੋਂ ਪੁੱਛਦਾ। ਕਹਿੰਦਾ ਨਾਲ ਨਹੀਂ ਕਿਸੇ ਨੇ ਜਾਣਾ। ਕਹਿੰਦਾ ਅੱਛਾ ਕਿੰਨੇ ਕੁ ਕੋਹ ਦਾ ਰਸਤਾ ਜਿੱਥੇ ਪ੍ਰਲੋਕ ਜਾ ਰਹੇ ਹੋ? ਕਹਿੰਦਾ ਉੱਥੇ ਕੋਹਾਂ ਦੀ ਗਿਣਤੀ ਨਹੀਂ, ਜਿਹੇ ਮਾਰਗ ਕੇ ਗਲੇ ਜਾਹੇ ਨਾ ਉਸ। ਕਹਿੰਦਾ ਅੱਛਾ ਐਡੀ ਦੂਰ ਜਾ ਰਹੇ ਹੋ ਜਿਹਦੇ ਕੋਹ ਨਹੀਂ ਗਿਣੇ ਜਾ ਸਕਦੇ, ਔਰ ਇਕੱਲੇ ਹੀ ਜਾ ਰਹੇ ਹੋ? ਕਾਹਦੇ ਤੇ ਜਾ ਰਹੇ ਹੋ? ਰੱਥ ਤੇ ਘੋੜੇ ਤੇ? ਕਹਿੰਦਾ ਕੋਈ ਘੋੜਾ ਰੱਥ ਨਹੀਂ। ਕਹਿੰਦਾ ਫਿਰ ਨਾਲ ਕੋਈ ਰਾਣੀ ਜਾਏਗੀ? ਕਹਿੰਦਾ ਨਹੀਂ। ਕਹਿੰਦੇ ਭੁੱਖ ਲੱਗੇਗੀ ਨਾਲ ਕੁਝ ਖਾਣ ਪੀਣ ਦੀ? ਕਹਿੰਦਾ ਨਹੀਂ ਲਿਜਾ ਸਕਾਂਗੇ। ਕਹਿੰਦਾ ਵੀ ਨਾਲ ਕੋਈ ਫੌਜ? ਕਹਿੰਦਾ ਨਹੀਂ। ਤੇ ਉਹ ਫਿਰ ਸਾਰੀਆਂ ਗੱਲਾਂ ਸੁਣ ਕੇ ਮੂਰਖ ਨੂੰ ਰਾਜਾ ਕਹਿੰਦਾ ਵੀ ਉਹ ਸੋਟੀ ਤੈਨੂੰ ਅੱਗੇ ਕਿਹਾ ਸੀ ਵੀ ਦਿੱਤੀ ਕਿ ਨਹੀਂ? ਮੂਰਖ ਮਿਲਿਆ ਕਿ ਨਹੀਂ? ਉਹਨੇ ਮੂਰਖ ਨੇ ਸੋਟੀ ਕੱਢੀ ਤੇ ਰਾਜੇ ਦੀ ਝੋਲੀ 'ਚ ਰੱਖਦੀ। ਕਹਿੰਦੇ ਤੇਰੇ ਤੋਂ ਵੱਡਾ ਤੇ ਮੂਰਖ ਮੈਨੂੰ ਫਿਰ ਨਜ਼ਰ ਕੋ ਨਹੀਂ ਆਉਂਦਾ ਵੀ ਤੈਨੂੰ ਪਤਾ ਸੀ ਵੀ ਨਾਲ ਕੁਝ ਨਹੀਂ ਜਾਣਾ, ਇਕੱਲੇ ਨੇ ਜਾਣਾ, ਉੱਥੇ ਜਾਣਾ ਜਿੱਥੇ ਕੋਹਾਂ ਦੀ ਗਿਣਤੀ ਨਹੀਂ ਹੈ, ਨਾ ਰਾਣੀਆਂ ਜਾਣੀਆਂ, ਨਾ ਰੱਥ ਜਾਣੇ, ਨਾ ਘੋੜੇ, ਨਾ ਖਜ਼ਾਨਾ, ਤੇ ਫਿਰ ਵੀ ਤੂੰ ਬੰਦਗੀ ਨਹੀਂ ਕੀਤੀ। ਤੇਰੇ ਤੋਂ ਵੱਡਾ ਮੂਰਖ ਤੇ ਹੈ ਹੀ ਕੋਈ ਨਹੀਂ ਫਿਰ ਸੰਸਾਰ ਦੇ ਅੰਦਰ। ਵੀ ਪਤਾ ਸੀ ਫਿਰ ਵੀ ਨਹੀਂ ਜਾਂਦਾ। ਜਿਹਨੂੰ ਪਤਾ ਨਹੀਂ ਉਹਨੇ ਰਹਿਣ ਦਿਓ, ਇਹਨੂੰ ਤੇ ਪਤਾ ਹੀ ਨਹੀਂ, ਉਹਨੂੰ ਸਜ਼ਾ ਵੀ ਕੋਈ ਨਹੀਂ ਮਿਲਣੀ। ਜੇ ਪਤਾ ਹੋਣ ਦੇ ਬਾਵਜੂਦ ਅਸੀਂ ਨਾ ਬੰਦਗੀ ਕਰਾਂਗੇ ਫਿਰ ਜ਼ਾਦੀ ਸਜ਼ਾ। ਕਹਿੰਦਾ ਮਹਾਰਾਜ ਕਹਿੰਦੇ ਇੱਥੇ ਅਨੇਕਾਂ ਮਹਾਂਮੂਰਖ ਰਹਿੰਦੇ ਹਨ। ਅਸੰਖ ਚੋਰ ਹਰਾਮ ਖੋਰ। ਮਹਾਰਾਜ ਕਹਿੰਦੇ ਅਸੰਖੀ ਚੋਰ ਨੇ ਇੱਥੇ। ਚੋਰ ਦਾ ਅਰਥ ਇਹ ਨਹੀਂ ਵੀ ਜਿਹੜੇ ਰਾਤ ਨੂੰ ਇਕੱਲੇ ਕਿਸੇ ਦਾ ਧਨ ਚੋਰੀ ਕਰਦੇ ਉਹਨਾਂ ਨੂੰ ਚੋਰ ਕਿਹਾ ਗਿਆ। ਚੋਰੀ ਕਈ ਤਰੀਕੇ, ਅੱਖਾਂ ਨਾਲ ਵੀ ਚੋਰੀ ਹੁੰਦੀ ਹੈ। ਮਨ ਕਰ ਮੈਂ ਸੋਚ ਲਿਆ ਨਾ ਵੀ ਆਹ ਚੀਜ਼ ਮੈਂ ਚੋਰੀ ਕਰਨੀ, ਉਹ ਚੋਰੀ ਕਰ ਲਈ ਹੈ, ਚੀਜ਼ ਮੇਰੇ ਕੋਲ ਆਈ ਹੈ ਕਿ ਨਹੀਂ ਆਈ ਹੈ। ਮਰਦ ਕਹਿੰਦੇ ਅਸੰਖੀ ਚੋਰ ਤੇ ਹਰਾਮ ਖੋਰ, ਹਰਾਮ ਦਾ ਖਾਣ ਵਾਲੇ, ਲੁੱਟ ਕੇ ਖਾਣ ਵਾਲੇ ਵੀ ਅਸੰਖ ਤੁਹਾਨੂੰ ਮਿਲ ਜਾਣਗੇ। ਅਸੰਖ ਅਮਰ ਕਰ ਜਾਹੇ ਜੋਰ। ਮਰਦ ਕਹਿੰਦੇ ਅਸੰਖ ਅਮਰ ਹੁਕਮ ਨੂੰ ਕਹਿੰਦੇ ਆ। ਕਰ ਜੋਰ ਕਹਿੰਦੇ ਆਪਣਾ ਜ਼ੋਰ ਵਿਖਾ ਕੇ, ਆਪਣਾ ਹੁਕਮ ਚਲਾ ਕੇ ਸੰਖ ਤੁਰ ਗਏ ਹੁੰਦੇ ਨਾ। ਕਿ ਵੀਰੇ ਹੰਕਾਰੀ ਬੰਦਾ ਆਉਂਦਾ, ਉਹ ਆਪਣਾ ਹੁਕਮ ਚਲਾ ਕੇ ਤੁਰ ਜਾਂਦਾ ਹੈ। ਉਹ ਵਿਚਾਰ ਅੱਗੇ ਆਪਾਂ ਕੀਤੀ ਹੈ, ਜੇ ਜੋ ਵਿਚਾਰੇ ਆਰ ਜਾ ਹੋਰ ਦਸੂਨੀ ਹੋਏ, ਨਵਾਂ ਖੱਡਾਂ ਵਿੱਚ ਜਾਣਗੇ, ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗ ਲੈ। ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ। ਕਿ ਕਈ ਬੰਦੇ ਹੁਕਮ ਜਿਹਾ ਚਲਾਉਣਾ ਜ਼ਿਆਦਾ ਜਾਣਦੇ ਆ, ਹੁੰਦਾ ਕੁਝ ਵੀ ਨਹੀਂ, ਪਾਵਰ ਬਣੀ ਹੁੰਦੀ ਹੈ। ਐਵੇਂ ਦੂਸਰੇ ਤੇ ਹੁਕਮ, ਉਹ ਕਹਿੰਦੇ ਮੇਰੀ ਗੱਲ ਮੰਨਣੀ ਚਾਹੀਦੀ ਤੁਹਾਨੂੰ, ਮੈਂ ਜੋ ਕਹਿੰਦਾ। ਮਹਾਰਾਜ ਕਹਿੰਦੇ ਅਨੇਕਾਂ ਹੀ ਆਪਣਾ ਹੁਕਮ ਜਿਹਾ ਚਲਾ ਕੇ ਇਥੋਂ ਆਪਣਾ ਜ਼ੋਰ ਵਿਖਾ ਕੇ ਤੁਰ ਜਾਂਦੇ ਹਨ। ਅਸੰਖ ਤੁਹਾਨੂੰ ਮਿਲ ਜਾਣਗੇ ਜਿਹੜੇ ਗਲ ਵੱਢ ਹੱਤਿਆ ਕਮਾਏ, ਲੋਕਾਂ ਦਾ ਗਲ ਵੱਢ ਕੇ ਹੱਤਿਆ ਕਮਾਉਂਦੇ। ਗਲ ਵੱਢਣ ਦਾ ਦੇਰ ਨਹੀਂ ਕਿਸੇ ਨੇ ਵੈਸੇ ਹੀ ਤਲਵਾਰ ਨਾਲ ਗਲ ਵੱਢ ਦਿੱਤਾ, ਵੈਸੇ ਸੁਰਤ ਕਰਕੇ ਵੀ ਗਲ ਵੱਢੇ ਜਾਂਦੇ ਹੈ ਜੀ।
ਇਹਦਾ ਕਤਲ ਕਰਦੇ ਹਾਂ ਅਸੀਂ ਸੁਰਤ ਕਰਕੇ। ਮਹਾਰਾਜ ਨੇ ਲਾਹੌਰ ਸ਼ਹਿਰ ਨੂੰ ਕਿਹਾ ਸੀ, ਲਾਹੌਰ ਸ਼ਹਿਰ ਯੈਰ ਕਹਿਰ ਸਵਾ ਪੈਰ, ਕਿਉਂਕਿ ਉੱਥੇ ਅੰਮ੍ਰਿਤ ਵੇਲੇ ਗਊਆਂ ਵੱਢੀਆਂ ਜਾਂਦੀਆਂ ਹਨ। ਮਹਾਰਾਜ ਕਹਿੰਦੇ ਆ ਅਨੇਕਾਂ ਤੁਹਾਨੂੰ ਮਿਲਣਗੇ ਜਿਹੜੇ ਇੱਥੇ ਗਾਲ ਵੱਢ ਹੱਤਿਆ ਕਮਾ ਕੇ ਤੁਰ ਜਾਂਦੇ ਹੈ, ਜੀਵਨ 'ਚ ਕੋਈ ਚੰਗਾ ਕਰਮ ਕਰਦੇ ਹੀ ਨਹੀਂ। ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਪਾਪੀ ਨੇ ਜਿਹੜੇ ਪਾਪ ਕਰਕੇ ਇੱਥੋਂ ਚਲੇ ਜਾਂਦੇ ਆ। ਪਾਪ ਵੀ ਹੁਣ ਸੁਰਤ ਕਰਕੇ ਹੁੰਦਾ ਹੈ, ਸਰੀਰ ਕਰਕੇ ਜਿਨ੍ਹਾਂ ਨੇ ਕੀਤੇ ਨਾ ਉਹ ਤੇ ਸਜ਼ਾ ਭੁਗਤ ਰਹੇ ਨੇ, ਅਦਾਲਤਾਂ 'ਚ ਜੇਲ੍ਹਾਂ 'ਚ ਬੈਠੇ ਹੈ। ਅਸੀਂ ਮਨ ਕਰਕੇ ਸੁਰਤ ਕਰਕੇ ਪਾਪ, ਮੈਂ ਸੋਚ ਲਿਆ ਗਲਤ, ਉਹ ਪਾਪ ਕਰ ਲਿਆ, ਕੀਤਾ ਨਹੀਂ ਹੈ, ਉਹਦਾ ਪਾਪ ਮੈਨੂੰ ਲੱਗ ਗਿਆ ਉਸ ਕਰਮ ਦਾ। ਜਿਹੜਾ ਕੁਝ ਕਰਮ ਜਿਹੜੇ ਅਸੀਂ, ਉਹ ਮਸਕੀਨ ਸਾਹਿਬ ਦੱਸ ਕੇ ਬੇਨਤੀ ਕਰਦਾ, ਉਹ ਕਹਿੰਦੇ ਵੀ ਕ੍ਰਾਈਮ ਕਿੰਨਿਆਂ ਨੇ ਕੀਤਾ, ਹਥਿਆਰੇ ਕਿੰਨੇ ਨੇ, ਅਦਾਲਤਾਂ 'ਚ ਜਾ ਕੇ ਪਤਾ ਲੱਗ ਜਾਂਦਾ ਪਾਪੀ ਕਿੰਨੇ ਨਹੀਂ ਗਿਣਤੀ ਕੀਤੀ ਜਾ ਸਕਦੀ। ਪਾਪ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ। ਅਸੀਂ ਅੰਦਰ ਸੋਚ ਕਰਕੇ ਵੀ ਪਾਪ ਕਰਦੇ ਹਾਂ। ਮਹਾਰਾਜ ਕਹਿੰਦੇ ਅਸੰਖ ਪਾਪੀ ਪਾਪ ਕਰ ਜਾਏ, ਪਾਪ ਕਰਕੇ ਤੁਰ ਜਾਂਦੇ ਹਨ। ਅਸੰਖ ਕੂੜੇ ਫਿਰਾਏ, ਅਸੰਖ ਝੂਠ ਨਾਲ ਜੁੜ ਕੇ ਨਾ ਝੂਠ ਦਾ ਵਪਾਰ ਕਰਦੇ ਆ, ਝੂਠ ਹੀ ਬੋਲਦੇ ਆ, ਝੂਠ ਨਾਲ ਹੀ ਜੁੜੇ ਨੇ। ਆਹ ਸੰਸਾਰ ਝੂਠ ਹੈ, ਮਾਇਆ ਝੂਠੀ ਹੈ। ਮਹਾਰਾਜ ਕਹਿੰਦੇ ਇਹਦੇ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰ ਜਾਂਦੇ ਹਨ। ਮਲ ਭੱਖ ਖਾਏ, ਅਸੰਖ ਮਲੇਸ਼ ਮਾੜੀ ਮੱਤ ਵਾਲੇ ਮਲ ਭੱਖ ਖਾਂਦੇ ਐ। ਇਹਦੇ ਅਰਥ ਮੇਰਾ ਕਰਨ ਦੀ ਲੋੜ ਨਹੀਂ, ਮਲ ਭੱਖ ਖਾਣੀ, ਐਵੇਂ ਗੁੱਟ ਖੋ ਕੇ ਖਾਣਾ ਜਾਂ ਇੱਧਰੋਂ ਉੱਧਰੋਂ। ਮਹਾਰਾਜ ਕਹਿੰਦੇ ਇਹੋ ਜਿਹੀ ਗੰਦਗੀ ਖਾ ਕੇ ਉਹ ਤੁਰਦਾ, ਤੇ ਜਿਵੇਂ ਸੂਰ ਹੈ ਨਾ ਉਹ ਗੰਦਗੀ 'ਚ ਮੂੰਹ ਮਾਰਦਾ ਹੈ। ਅਨੇਕਾਂ ਨੇ ਜਿਹੜੇ ਉਹ ਮਲ ਭੱਖ ਖਾ ਕੇ ਇੱਥੋਂ ਤੁਰ ਜਾਂਦੇ ਹਨ, ਮੈਲਾ ਮਚੈਲਾ ਖਾ ਕੇ। ਮਹਾਰਾਜ ਕਹਿੰਦੇ ਅਸੰਖ ਨਿੰਦਕ ਨੇ ਜਿਵੇਂ ਐਵੇਂ ਦੂਸਰਿਆਂ ਦੀ ਨਿੰਦਿਆ ਦਾ ਭਾਰ ਆਪਣੇ ਸਿਰ ਤੇ ਚੁੱਕੀ ਜਾਂਦੇ ਆ। ਉਹ ਨਿੰਦਿਆ ਦਾ ਭਾਰ ਆਪਾਂ ਗੱਲ ਕੋਈ ਨਹੀਂ, ਐਵੇਂ ਫਲਾਣਾ ਬੰਦਾ ਆਹ ਕਰਦਾ ਜੀ, ਫਲਾਣਾ ਕਰਦਾ। ਮਹਾਰਾਜ ਕਹਿੰਦੇ ਫਲਾਣਾ ਕੀ ਕਰਦਾ, ਛੱਡ ਤੂੰ ਕੀ ਕਰਦਾ, ਆਪਣੇ ਅੰਦਰ ਤੈਨੂੰ ਝਾਤ ਮਾਰਨੀ ਚਾਹੀਦੀ ਹੈ। ਅਸੀਂ ਨਾ ਗਵਾਂਢੀਆਂ ਦੇ ਘਰੇ ਤੇ ਕਦ ਤੋਂ ਸਿਰੀਆਂ ਕੱਢ ਕੇ ਵੇਖਦੇ ਹੋ ਕੀ ਕਰਦੇ। ਮਹਾਰਾਜ ਕਹਿੰਦੇ ਤੂੰ ਕੀ ਕਰਦਾ, ਕਦੇ ਇੱਧਰ ਝਾਤ ਮਾਰ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਤੂੰ ਚੰਗਾ ਬਣ, ਬੁਰਾ ਤੇ ਕੋਈ ਨਹੀਂ ਹੈ। ਮਹਾਰਾਜ ਕਹਿੰਦੇ ਅਸੰਖ ਨੇ ਜਿਹੜੇ ਲੋਕਾਂ ਦੀ ਨਿੰਦਿਆ ਕਰਕੇ। ਮਹਾਰਾਜ ਕਹਿੰਦੇ ਸਾਰੀ ਬਿਮਾਰੀਆਂ ਦਾ ਦਵਾਈ ਦਾਰੂ ਹੈ, ਨਿੰਦਕ ਦਾ ਦਾਰੂ ਕੋਈ ਨਹੀਂ ਹੈਗਾ। ਨਿੰਦਕ ਦਾ ਦਾਰੂ ਨਾ ਹੈ ਨਿੰਦਾ ਭਲੀ ਕਿਸੇ ਕੀ, ਨਾ ਹੀ ਮਨਮੁਖ ਮੁਗਧ ਕਰਾਨਾ। ਕਹਿੰਦੇ ਮਨਮੁਖ ਬੰਦੇ ਐਵੇਂ ਨਿੰਦਿਆ, ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ। ਜਿੰਨਾ ਚਿਰ ਨਿੰਦਿਆ ਦੇ ਲਾਉਣੇ ਵਾਹਿਗੁਰੂ ਵਾਹਿਗੁਰੂ ਜਪੋ ਭਲਾ ਹੋਏਗਾ। ਮਹਾਰਾਜ ਕਹਿੰਦੇ ਸੰਖ ਨਿੰਦਿਆ ਦਾ ਭਾਰ ਹੀ ਚੁੱਕ ਕੇ ਤੁਰ ਜਾਂਦੇ ਹਨ। ਨਾਨਕ ਅਸੀਂ ਨੀਚੇ ਵਿਚਾਰ ਕਹਿੰਦੇ, ਗੁਰੂ ਸਾਹਿਬ ਨੇ ਬਚਨ ਕਹਿ ਵੀ ਇਹ ਵਿਚਾਰ ਅਸੀਂ ਤੁਹਾਨੂੰ ਦੱਸ ਰਹੇ ਹਾਂ। ਅਸੀਂ ਇੱਕ ਵਾਰ ਵੀ ਆਪਣੇ ਆਪ ਨੂੰ ਬਰਬਾਦ ਨਹੀਂ ਕਰ ਸਕਦੇ, ਵਾਰ ਸਕਦੇ ਹਾਂ। ਇਹ ਵਾਹਿਗੁਰੂ ਜਿਹੜੀ ਤੈਨੂੰ ਭਾਉਂਦੀ ਉਹੀ ਭਲੀ ਗੱਲ ਹੈ। ਤੂੰ ਸਦਾ ਸਲਾਮਤ ਨਿਰੰਕਾਰ ਹੈ। ਰੱਬ ਦੇ ਅਸੰਖ ਹੀ ਨਾਮ ਨੇ ਤੇ ਅਸੰਖ ਹੀ ਥਾਂ। ਕੋਈ ਦੱਸ ਸਕਦਾ ਹੈ ਰੱਬ ਦੇ ਨਾਮ ਕਿੰਨੇ? ਤੇਰੇ ਨਾਮ ਅਨੇਕਾਂ ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ। ਇਹ ਤੇ ਨਾ ਤੇ ਰੱਬ ਦੇ ਨਾਂ ਗਿਣੇ ਜਾ ਸਕਦੇ ਨੇ, ਨਾ ਥਾਂ ਗਿਣੀ ਜਾ ਸਕਦੀ। ਰੱਬ ਰਹਿੰਦਾ ਕਿੱਥੇ ਹੈ? ਆਪਾਂ ਇੱਥੇ ਬੈਠੇ ਹੈ, ਕਿਸੇ ਨੂੰ ਪੁੱਛ ਲਈਏ ਰੱਬ ਕਿੱਥੇ ਰਹਿੰਦਾ ਹੈ, ਕੀ ਕਹੇਗਾ? ਜੇ ਤੇ ਗਿਆਨ ਨਹੀਂ ਫਿਰ ਕਹੇਗਾ ਸਤਿ ਸਮਾਨ ਤੇ, ਫਿਰ ਕਹੇਗਾ ਫਲਾਣੀ ਜਗ੍ਹਾ ਤੇ ਫਲਾਣੇ। ਜੇ ਗਿਆਨ ਹੈ ਤੇ ਉਹ ਕਹੇਗਾ ਭਾਈ ਤੇਰੇ ਅੰਦਰ ਵੀ ਰਹਿੰਦਾ, ਮੇਰੇ ਅੰਦਰ ਵੀ ਰਹਿੰਦਾ। ਘੱਟ ਘੱਟ ਮੈਂ ਹਰ ਜੂ ਬਸੇ ਸੰਤਨ ਕਹਿਓ ਪੁਕਾਰ। ਕਿਸੇ ਨੇ ਨਾ ਸਹੁੰ ਚੁੱਕਣੀ ਹੋਵੇ ਨਾ, ਆਕਾਸ਼ ਵੱਲ ਨੂੰ ਹੱਥ ਕਰਦਾ ਹੈ, ਰੱਬ ਸ਼ਾਇਦ ਉੱਤੇ ਬੜੀ ਦੂਰ ਹੈ। ਅਸੀਂ ਪਾਪ ਉਦੋਂ ਕਰਦੇ ਹਾਂ ਰੱਬ ਨੂੰ ਦੂਰ ਸਮਝ ਲੈਂਦੇ। ਮਹਾਰਾਜ ਕਹਿੰਦੇ ਹੱਥ ਤੇ ਨੇ, ਰੱਬ ਸਾਡੇ ਅੰਦਰ ਹੈ, ਸਦ ਸੁਣਦਾ, ਸਦ ਵੇਖਦਾ। ਮਹਾਰਾਜ ਕਹਿੰਦੇ ਅਨੇਕਾਂ ਹੀ ਨਾਮ ਨੇ ਰੱਬ ਦੇ, ਅਨੇਕਾਂ ਹੀ ਜਗ੍ਹਾ ਨੇ ਜਿੱਥੇ ਰਹਿੰਦਾ ਹੈ। ਅਗੰਮ ਦਾ ਅਰਥ ਹੁੰਦਾ ਉਹ ਅਪਹੁੰਚ ਹੈ। ਇਹ ਅਸੰਖ ਲੋ ਦਾ ਅਰਥ ਹੁੰਦਾ ਭਵਨ, ਅਨੇਕਾਂ ਹੀ ਭਵਨ ਹਨ, ਅਸੰਖ ਹੀ। ਮਹਾਰਾਜ ਕਹਿੰਦੇ ਸੰਖ ਕਹਿਣਾ ਵੀ ਸਿਰ ਤੇ ਭਾਰ ਚੁੱਕਣ ਵਾਲੀ ਗੱਲ ਹੈ, ਵੀ ਉਹਨੂੰ ਸੰਖ ਕਹਿ ਰਹੇ ਹੈ, ਇਹ ਵੀ ਸਿਰ ਭਾਰ ਜਾਂਦਾ। ਕਈ ਵਾਰੀ ਨਾ ਆਪਾਂ ਕੋਈ ਸ਼ਬਦ ਵਰਤਦੇ, ਆਹ ਨਹੀਂ ਕਹਿਣਾ ਵੀ ਸਿਰ ਤੇ ਭਾਰ ਚੜ ਜਾਏਗਾ। ਆਪਾਂ ਕਈ ਵਾਰੀ ਇਹ ਗੱਲ ਕਹਿੰਦੇ, ਉਹ ਕਈ ਬੜਾ ਇਸ ਗੱਲ ਦਾ ਵਹਿਮ ਕਰਦੇ ਆ।
ਕਹਿੰਦੇ ਜੀ ਆਪਾਂ ਗੱਲ ਯਾਤਰਾ ਤੇ ਜਾਣਾ ਹੀ ਕਹਿ ਬੈਠੇ ਆ ਤੇ ਯਾਤਰਾ ਤੇ ਜਾਇਆ ਨਹੀਂ ਗਿਆ ਵੀ ਉਹ ਸਿਰ ਤੇ ਭਾਰ ਚੜ ਗਿਆ। ਇਹ ਇਸ ਤਰ੍ਹਾਂ ਭਾਰ ਨਹੀਂ ਚੜਦਾ, ਯਾਤਰਾ ਤੇ ਜਾਣਾ ਸਾਡਾ ਭਲਾ ਹੀ ਹੈ। ਇਹਦੇ ਤੇ ਇਹ ਨਹੀਂ ਹੈਗਾ ਵੀ ਗੁਰੂ ਸਾਹਿਬ ਨੂੰ ਕਿਹਾ ਵੀ ਤੁਹਾਨੂੰ ਮਿਲਣ ਆਵਾਂਗੇ ਤੇ ਅਸੀਂ ਆਏ ਨਹੀਂ ਤੇ ਗੁਰੂ ਸਾਹਿਬ ਨੂੰ ਕੋਈ ਘਾਟਾ ਪੈ ਗਿਆ। ਉਹਨੂੰ ਕੋਈ ਘਾਟਾ ਨਹੀਂ ਪੈਣ ਵਾਲਾ, ਘਾਟਾ ਸਾਨੂੰ ਪੈਣਾ। ਮਿਲਣ ਆਓਗੇ ਤੇ ਗੁਰੂ ਸਾਹਿਬ ਨੇ ਕੋਈ ਦੇਣਾ, ਨਹੀਂ ਤੇ ਗੁਰੂ ਸਾਹਿਬ ਤੇ ਹੈ ਵੀ ਉਹ ਤੇ ਆਪਣੇ ਆਪ 'ਚ ਬਹੁਤ ਵੱਡੇ ਹੈ। ਮਹਾਰਾਜ ਕਹਿੰਦੇ ਨੇ ਅਸੰਖ ਕਹਿਣਾ ਵੀ ਸਿਰ ਤੇ ਭਾਰ ਚੁੱਕਣਾ ਹੈ, ਵੀ ਰੱਬ ਬਾਰੇ ਕੁਝ ਕਹਿਣਾ ਵੀ ਉਹ ਸਿਰ ਤੇ ਭਾਰ ਚੁੱਕਣ ਵਾਲੀ ਗੱਲ ਹੈ। ਅਖਰੀ ਨਾਮ ਅਖਰੀ ਸਾਲਾ ਮਹਾਰਾਜ ਕਹਿੰਦੇ ਅੱਖਰਾਂ ਰਾਹੀਂ ਨਾਮ ਜਪਿਆ ਜਾਂਦਾ ਜਾਂ ਕਿਹਾ ਜਾਂਦਾ, ਅੱਖਰੀ ਸਿਫਤ ਸਲਾਹ ਕੀਤੀ ਜਾਂਦੀ ਹੈ। ਦੋ ਤਰੀਕਿਆਂ ਨਾਲ ਅਸੀਂ ਗੱਲ ਕਰਦੇ, ਜਾਂ ਲਿਖ ਕੇ ਜਾਂ ਬੋਲ ਕੇ। ਗੁਰੂ ਸਾਹਿਬ ਨੇ ਸਾਨੂੰ ਲਿਖ ਕੇ ਦਿੱਤਾ ਨਾ, ਜੇ ਮਹਾਰਾਜ ਬੋਲ ਕੇ ਹੀ ਛੱਡ ਦਿੰਦੇ ਸਾਡੇ ਕੋਲ ਆ ਗਿਆਨ ਕਿੱਥੇ ਹੋਣਾ ਹੈ। ਉਹ ਤੇ ਉਹੀ ਸੁਣਦੇ ਨਾ, ਇਹ ਡੈਕੇ ਬੈਠੇ ਇਹ ਸਾਨੂੰ ਲਿਖ ਕੇ ਦਿੱਤਾ। ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ। ਅਸੀਂ ਜੋ ਲਿਖਿਆ ਅਸੀਂ ਉਹ ਪੜ੍ਹਦੇ ਹਾਂ। ਆ ਗੁਰੂ ਨੇ ਗਿਆਨ ਲਿਖ ਕੇ ਦਿੱਤਾ। ਜਿਹੜੀ ਗੱਲ ਲਿਖ ਕੇ ਦਿੱਤੀ ਜਾਂਦੀ ਉਹ ਸੱਚ ਹੁੰਦੀ ਹੈ। ਆਪਣੇ ਸੈਨ ਕਿਤੇ ਪਹਿਲਾ ਸਰੂਪ ਸੀ, ਉਹਦੇ 976 ਅੰਗ ਸੀ ਪਹਿਲੇ ਸਰੂਪ ਦੇ। ਅੱਧ ਵਿੱਚ ਛੇਵੇਂ ਪਾਤਸ਼ਾਹ ਦੇ ਸਿਗਨੇਚਰ ਹੋਏ ਹਨ, ਸਾਈਨ ਹੋਏ ਸਨ। ਛੇਵੇਂ ਪਾਤਸ਼ਾਹ ਨੇ ਕੀਤੇ ਵੀ ਇਹ ਪ੍ਰਵਾਨਿਤ ਬੀੜ ਹੈ। ਇੱਕ ਉਦਾਸੀ ਸਾਧ ਨੇ ਗ੍ਰੰਥ ਲਿਖਿਆ ਗੁਰੂ ਗ੍ਰੰਥ ਸਾਹਿਬ, ਗੁਰੂ 10ਵੇਂ ਪਾਤਸ਼ਾਹ ਦੇ ਸਮੇਂ। ਨੰਦ ਚੰਦ ਕੋਲੇ ਆਇਆ, ਨੰਦ ਚੰਦ ਮੈਨੂੰ ਸਾਈਨ ਕਰਾ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ, ਇਹ ਗ੍ਰੰਥ ਪੰਥ ਦੇ ਭੇਟਾ ਕਰਨਾ ਚਾਹੁੰਦਾ। ਉਹ ਬੇਈਮਾਨ ਹੋ ਗਿਆ, ਸਾਈਨ ਕਰਾਉਣ ਲੱਗਾ ਜੀ। ਇਹੋ ਜਿਹੇ ਬੰਦੇ ਮੈਂ ਗੁਰੂ ਗ੍ਰੰਥ ਸਾਹਿਬ ਦੇ ਵੀ ਕਈ ਬੇਈਮਾਨ ਹੋ ਜਾਂਦੇ। ਉਹ ਕਹਿੰਦਾ ਇਹ ਗੁਰੂ ਗ੍ਰੰਥ ਸਾਹਿਬ ਮੇਰੇ ਕੋਲ ਹੋਏਗਾ ਤੇ ਮੇਰੀ ਬੜੀ ਸ਼ੋਭਾ। ਉਹਨੇ ਮਹਾਰਾਜ ਤੋਂ ਸਾਈਨ ਨਹੀਂ ਕਰਾ ਕੇ ਦਿੱਤੇ। ਫਿਰ ਜਦੋਂ ਮਹਾਰਾਜ ਨੇ ਡਾਂਟਿਆ, ਕਹਿੰਦੇ ਓਏ ਤੂੰ ਇਹ ਕੀ ਕਰ ਰਿਹਾ, ਤੇ ਫਿਰ ਧੀਰਮਲ ਕੋਲ ਸਰੂਪ ਲੈ ਕੇ ਚਲਾ ਗਿਆ ਕਰਤਾਰਪੁਰ। ਤੇ ਕੋਈ ਬੰਦਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਜ਼ਦੀਕੀ, ਤੇ ਧੀਰਮਲ ਦੇ ਪਸੰਦ ਨੇ ਸ਼ੀਏ ਨੇ ਕਿਹਾ, ਕਹਿੰਦਾ ਧੀਰਮਲ ਇਹ ਹੈਗਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬੜਾ ਨਜ਼ਦੀਕੀ। ਤੇ ਸਾਨੂੰ ਤੇ ਐਂ ਲੱਗਦਾ ਗੁਰੂ ਸਾਹਿਬ ਨੇ ਗੁਰੂ ਤੋਂ ਤੇ ਬੇਮੁਖ ਹੋ ਕੇ ਆ ਗਿਆ। ਨੰਦ ਚੰਦ ਦਵਾੜ ਰਿਹਾ ਗੁਰੂ ਘਰ ਦਾ। ਅੱਜ ਜੁੜੇ ਆ, ਪਤਾ ਨਹੀਂ ਕਿੱਧਰ ਨੂੰ ਤੁਰ ਜਾਣਾ। ਗੁਰਮੁਖ ਅਰਦਾਸ ਰੋਜ਼ ਕਰਿਆ ਕਰੋ, ਮਹਾਰਾਜ ਇਸ ਤਰ੍ਹਾਂ ਜੋੜੀ ਰੱਖਿਓ, ਇਸ ਤਰ੍ਹਾਂ ਲਿਆਇਓ। ਕਈ ਜੁੜੇ ਟੁੱਟ ਜਾਂਦੇ ਨੇ ਤੇ ਕਈ ਨਾਸਤਕ ਰੱਬ ਰੂਪ ਹੋ ਜਾਂਦੇ ਨੇ ਬੜੀ ਜਲਦੀ। ਇਹ ਉਹਦੀ ਕਿਰਪਾ ਵਰਤਦੀ ਹੈ। ਅਰਦਾਸ ਰੋਜ਼ ਕਰਨੀ ਚਾਹੀਦੀ, ਜੋੜੀ ਰੱਖਿਓ। ਮਹਾਰਾਜ ਲਈ ਆਇਓ, ਕੱਲ੍ਹ ਨੂੰ ਕਿਤੇ ਇਹੋ ਜਿਹਾ ਸਮਾਂ ਨਾ ਆਵੇ ਵੀ ਅਸੀਂ ਗੁਰਦੁਆਰੇ ਮੱਥਾ ਟੇਕਣ ਜੋਗੇ ਬਿਨਾਂ। ਇੰਨੀ ਵੀ ਸੋਚ ਸਾਡੇ ਅੰਦਰ ਆਪ ਸੋਚ। ਉਹਨੇ ਬੁੱਧ ਗਿਆਨ ਦਿੱਤਾ ਹੈ ਤੇ ਇੱਥੇ ਆਏ ਹੋ। ਤੁਹਾਡੇ ਕੋਲ ਇੰਨਾ ਗਿਆਨ ਹੁੰਦਾ ਤੁਸੀਂ ਇੱਥੇ ਨਹੀਂ ਆ ਸਕਦੇ। ਇਹ ਸਭ ਕੁਝ ਗੁਰੂ ਸਾਹਿਬ ਦਾ, ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਮੱਤ ਗੁਰੂ ਸਾਹਿਬ ਦੀ ਦਿੱਤੀ, ਅਸੀਂ ਗੁਰਦੁਆਰੇ ਆਉਣਾ ਤਾਂ ਅਸੀਂ ਆਉਂਦੇ ਹਾਂ। ਉਹ ਫਿਰ ਨੰਦ ਚੰਦ ਗਿਆ ਜੋ ਧੀਰਮਲ ਕੋਲ, ਤੇ ਕਹਿੰਦੇ ਵੀ ਇਹ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਜ਼ਦੀਕੀ ਬੰਦਾ, ਇਹਦਾ ਮਤਲਬ ਇਹਦੇ ਭੇਟ ਲੈਣ ਆਇਆ। ਉਹਨਾਂ ਨੇ ਇੱਕ ਡਿਊੜੀ ਸੀ, ਡਿਊੜੀ ਜਿਹਦੇ ਵਿੱਚ ਦੀ ਲੰਘ ਕੇ ਅੰਦਰ ਆਈਦਾ ਹੈ। ਉਹ ਧੀਰਮਲ ਨੇ ਇੱਕ ਰਫਲ ਵਾਲਾ ਬੰਦਾ ਡਿਊੜੀ ਤੇ ਬਿਠਾਤਾ, ਤੇ ਉਹ ਜਿਹੜਾ ਨੰਦ ਚੰਦ ਡਿਊੜੀ 'ਚ ਐਂਟਰ ਕਰਨ ਲੱਗਾ, ਉਹਨੇ ਮੱਥੇ 'ਚ ਗੋਲੀ ਮਾਰੀ ਨੰਦ ਚੰਦ ਦੇ। ਉਹਨੇ ਮਾਰ ਕੇ ਫੜਕਾ ਕੇ ਧਰਤੀ ਤੋਂ ਸੁੱਟ ਦਿੱਤਾ। ਗੁਰੂ ਗ੍ਰੰਥ ਸਾਹਿਬ ਤੇ ਬੇਈਮਾਨ ਹੋ ਗਿਆ। ਮਹਾਰਾਜ ਇੱਥੇ ਕਹਿੰਦੇ ਹੈ ਅੱਖਰ ਦੇ ਦੁਆਰਾ ਗਿਆਨ ਲਿਆ ਜਾ ਸਕਦਾ ਹੈ। ਅੱਖ ਦੀ ਸਲਾਹ, ਅੱਖਰੀ ਸਿਫਤ ਸਲਾਹ ਉਹਦੀ ਕੀਤੀ ਜਾ ਸਕਦੀ ਹੈ। ਅਖਰੀ ਗਿਆਨ ਗੀਤ ਗੁਣ ਗਾ। ਅੱਖਰਾਂ ਦੁਆਰਾ ਗਿਆਨ ਪ੍ਰਾਪਤ ਕਰਦੇ, ਗੀਤ ਗੁਣ ਗਾ। ਅੱਖਰਾਂ ਰਾਹੀਂ ਗੀਤ ਗੁਣ ਗਾਉਣੇ ਅਸੀਂ ਉਹਦੇ ਦੀ। ਲਿਖਿਆ ਗੁਰੂ ਸਾਹਿਬ ਨੇ, ਅਸੀਂ ਗਾ ਰਹੇ ਹਾਂ ਨਾ ਕੀਰਤਨ। ਗੁਰੂ ਸਾਹਿਬ ਨੇ ਬਾਣੀ ਲਿਖ ਕੇ ਰਾਗੀ ਸਿੰਘ ਉਹਨੂੰ ਗਾ ਰਹੇ ਹਨ। ਅਖਰੀ ਲਿਖਣ ਬੋਲਣ ਬਾਣ। ਕਹਿੰਦੇ ਅੱਖਰਾਂ ਨਾਲ ਲਿਖਣਾ ਜਾਂ ਬੋਲਣ ਬਾਣ ਦੋ ਤਰੀਕੇ ਨੇ, ਜਾਂ ਲਿਖਣਾ ਜਾਂ ਬੋਲਣਾ। ਅਸੀਂ ਕਿਸੇ ਨੂੰ ਕੋਈ ਕਹਿਣਾ ਲਿਖ ਕੇ ਦੇ ਦਿਓ, ਕਈ ਜਾਣ ਲੱਗੇ ਨਾ ਇੱਕ ਚਿੱਠੀ ਲਿਖ ਕੇ ਦੇ ਦਿੰਦੇ ਵੀ ਆਉਣ ਵਾਲਾ ਪੜ੍ਹੇਗਾ, ਜਾਂ ਬੋਲ ਕੇ ਕੁਝ ਕਿਸੇ ਨੂੰ ਫੋਨ ਰਾਹੀਂ ਦੱਸਿਆ ਜਾ ਸਕਦਾ ਹੈ। ਅੱਖਰਾਂ ਸਿਰ ਸੰਜੋਗ ਵਿਖਾਣ। ਅੱਖਰਾਂ ਨਾਲ ਹੀ ਸਾਡੇ ਸਿਰ ਤੇ ਸੰਜੋਗ ਰੱਬ ਨੇ ਲਿਖਿਆ। ਆ ਨਾ YouTube ਤੇ ਖੋਲ ਕੇ ਵੇਖਿਓ, ਜਦੋਂ ਸੰਸਕਾਰ ਹੁੰਦਾ ਨਾ ਬੰਦੇ ਦਾ, ਮੱਥੇ ਤੇ ਅੱਖਰ ਪ੍ਰਗਟ, ਜਿਹਦੀ ਖੋਪਰੀ ਟੁੱਟਦੀ ਨਹੀਂ ਨਾ, ਭੱਜਦੀ ਨਹੀਂ। ਤੁਸੀਂ ਕਿਤੇ ਸੰਸਕਾਰ ਬੋਡੀ ਤੇ ਵੇਖੋ, ਮੱਥੇ ਤੇ ਅੱਖਰ ਲਿਖੇ ਹੁੰਦੇ ਨੇ। ਉਹ ਤੁਹਾਨੂੰ YouTube ਤੇ ਭਰਿਓ, ਅਨੇਕਾਂ ਸਰੀਰਾਂ ਦੇ ਉਹਨਾਂ ਨੇ ਸਾਇੰਟਿਸਟਾਂ ਨੇ ਅੱਖਰ, ਉਹ ਪੜ੍ਹੇ ਨਹੀਂ, ਸਮਝ ਨਹੀਂ ਆਉਂਦੇ, ਕਿਉਂਕਿ ਲਿਖੇ ਰੱਬ ਨੇ। ਰੱਬ ਨੂੰ ਕੋਈ ਸਮਝਣਾ ਸੌਖੀ ਗੱਲ ਨਹੀਂ ਹੈ। ਉਹ ਸਮਝ ਸਕਦਾ ਜਿਹੜਾ ਗੁਰੂ ਸਾਹਿਬ ਵਾਲੀ ਪਦਵੀ ਵਾਲਾ ਹੋਏਗਾ। ਮਹਾਰਾਜ ਕਹਿੰਦੇ ਅੱਖਰਾਂ ਨਾਲ ਹੀ ਉਹ ਸਾਰਾ ਸੰਜੋਗ ਲਿਖਿਆ ਵੀ ਅਸੀਂ ਰੱਬ ਨੂੰ ਮਿਲਣਾ ਹੈ ਜਾਂ ਅਸੀਂ ਦੂਰ ਰਹਿਣਾ, ਇਹ ਸਾਰਾ ਅੱਖਰਾਂ ਕਰਕੇ ਹੀ ਹੈ। ਕਹਿੰਦੇ ਅੱਖਰ ਜਿੰਨੇ ਲਿਖੇ ਨਾ, ਅੱਖਰ ਉਹਦੇ ਸਿਰ ਤੇ ਨਹੀਂ ਹੈ, ਉਹਦੇ ਤੇ ਹੁਕਮ ਨਹੀਂ ਕਿਸੇ ਦਾ ਚੱਲ ਸਕਦਾ। ਜਿੰਨੇ ਅੱਖਰ ਸਾਡੇ ਪਾਏ ਹੋਏ ਨੇ, ਜਿੰਨੇ ਸਾਡੇ ਲੇਖ ਲਿਖੇ ਹਨ।
ਮਾਏ ਤਿਵ ਤਿਵ ਪਾਏ। ਕਹਿੰਦੇ ਜਿਵੇਂ ਉਹ ਫਰਮਾਨ ਕਰਦੇ ਉਵੇਂ ਉਵੇਂ ਅਸੀਂ ਪ੍ਰਾਪਤ ਕਰਦੇ, ਸੰਜੋਗ ਬਣਦਾ ਜਾਂ ਬੰਦਾ ਵਿਛੜਦਾ ਹੈ। ਚੇਤਾ ਕੀਤਾ ਤੇਤਾ ਨਾਉ। ਜੋ ਕੁਝ ਉਹਨੇ ਪੈਦਾ ਕੀਤਾ ਉਹਦਾ ਨਾਮ ਹੀ ਹੈ ਨਾ, ਇਹੋ ਵਿਸ ਸੰਸਾਰ ਤੁਮ ਦੇਖਦੇ ਹੋ ਹਲਕਾ ਰੂਪ ਹੈ। ਤੇਰੇ ਨਾਮੈ ਨਾਹੀ ਕੋ ਥਾਉ। ਨਾਮ ਤੋਂ ਬਗੈਰ ਥਾਂ ਕੋਈ ਹੈ ਹੀ ਨਹੀਂ। ਰੱਬ ਦੀਆਂ ਦਾਤਾਂ, ਰੱਬ ਨੇ ਸਾਰਾ ਕੁਝ ਬਣਾਇਆ, ਕੋਈ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਰੱਬ ਨਹੀਂ। ਕੁਦਰਤ ਕਵਣ ਕਹਾ ਵਿਚਾਰ। ਕਹਿੰਦੇ ਕੁਦਰਤ ਵਾਸਤੇ ਕੀ ਵਿਚਾਰ ਅਸੀਂ ਕਹਿ ਸਕਦੇ ਜਾਂ ਵਿਚਾਰ ਦੇ ਸਕਦੇ ਹਾਂ। ਵਾਰਿਆ ਨਾ ਜਾਵਾ ਏਕ ਵਾਰ। ਸਾਡੇ ਤੋਂ ਇੱਕ ਵਾਰ ਵੀ ਨਹੀਂ ਵਾਰਿਆ ਜਾ ਸਕਦਾ ਆਪਣਾ ਆਪ। ਜੋ ਤੁਧ ਭਾਵੈ ਸਾਈ ਭਲੀ ਕਾਰ। ਜਿਹੜੇ ਤੇਰੀ ਕਾਰ ਭੌਂਦੀ ਉਹ ਸਾਡੇ ਵਾਸਤੇ ਭਲੀ, ਅਸੀਂ ਤੇਰੀ ਰਜ਼ਾ 'ਚ ਹਾਂ। ਤੂੰ ਸਦਾ ਸਲਾਮਤ ਨਿਰੰਕਾਰ। ਇਹ ਵਾਹਿਗੁਰੂ ਜੀ ਤੁਸੀਂ ਸਦਾ ਸਲਾਮਤ ਤੇ ਨਿਰੰਕਾਰ, ਤੁਹਾਡਾ ਕੋਈ ਕਾਰ ਨਹੀਂ, ਔਰ ਸਦਾ ਸਦੀਵ ਕਾਲ ਵਾਸਤੇ ਰਹਿਣ ਵਾਲੇ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਰੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ।